ਹੁਣ ਗੱਲ ਕਰਾਂਗੇ ਮੈਡੀਕਲ ਖੇਤਰ ਦੇ ਉਹਨਾਂ ਪਹਿਲੂਆਂ ਦੀ ਜੋ ਪੁਰਾਤਨ ਸਾਲਾਂ ਤੋਂ ਚੱਲੇ ਆ ਰਹੇ ਨੇ ਤੇ ਅੱਜ ਦੇ ਇਸ ਸਮੇਂ ਦੇ ਵਿੱਚ ਉਹਨਾਂ ਦੀ ਕੀ ਵੈਲਿਊ ਹੈ, ਕੀ ਅਹਿਮੀਅਤ ਹੈ। ਤੇ ਇਸ ਪੈਨਲ ਦੇ ਵਿੱਚ ਸੁਖਜੀਤ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ, ਮੁਕਤਿੰਦਰ ਜੀ ਦੀ ਬਹੁਤ ਸਵਾਗਤ ਹੈ ਤੁਹਾਡਾ, ਵੈਦ ਜਗਜੀਤ ਸਿੰਘ ਜੀ ਸਾਡੇ ਨਾਲ ਨੇ ਸਰ, ਬਹੁਤ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਡਾਕਟਰ ਮੁਕਤਿੰਦਰ ਜੀ ਤੁਹਾਡੇ ਕੋਲ ਆਉਂਗੀ ਮੈਂ, ਡਾਇਰੈਕਟਰ ਨੇ ਅਫੈਕਟੋ ਹੋਮਿਓਪੈਥੀ ਤੋਂ, ਬਹੁਤ ਸਵਾਗਤ ਹੈ। ਅੱਜ ਐਲੋਪੈਥੀ ਤੋਂ ਬਾਅਦ ਜੇ ਗੱਲ ਕੀਤੀ ਜਾਏ ਤੁਹਾਡੇ ਫਰਮ ਦੀ, ਤੁਹਾਡੇ ਖਿੱਤੇ ਦੀ, ਤਾਂ ਇਹ ਮੋਸਟ ਆਲਟਰਨੇਟਿਵ ਸਾਡੇ ਕੋਲ ਡਿਵਾਈਸ ਹੈ, ਮੋਸਟ ਆਲਟਰਨੇਟਿਵ ਇੱਕ ਖਿੱਤਾ ਬਣ ਚੁੱਕਿਆ ਹੈ। ਇਸ ਬਾਰੇ ਕਿਵੇਂ ਤੁਸੀਂ ਸੋਚਦੇ ਹੋ, ਕਿੱਡੀ ਕੁ ਵੱਡੀ ਜ਼ਿੰਮੇਵਾਰੀ ਇਸ ਨੂੰ ਵੇਖਦੇ ਹੋ, ਅੱਗੇ ਕੀ ਸਮਝਦੇ ਹੋ ਕਿ ਕਿੰਨਾ ਕੁ ਵੱਡਾ ਭਾਰ ਸਾਡੇ ਮੋਢਿਆਂ ਤੇ ਹੈ ਕਿ ਅਸੀਂ ਅੱਗੇ ਪੂਰੇ ਆਯੁਰਵੇਦ ਨੂੰ ਲੈ ਕੇ ਜਾਣਾ ਹੈ, ਹੋਮਿਓਪੈਥੀ ਨੂੰ ਲੈ ਕੇ ਜਾਣਾ ਹੈ। ਹੋਮਿਓਪੈਥੀ ਜਿਹੜੀ ਹੈ ਉਹ ਫਿਊਚਰ ਦੀ ਸਾਇੰਸ ਹੈ, ਕਿਉਂਕਿ ਇਹਦੀ ਖੋਜ ਇੱਕ ਐਲੋਪੈਥਿਕ ਡਾਕਟਰ ਨੇ ਉਦੋਂ ਕੀਤੀ ਜਦੋਂ ਉਹਨੇ ਐਲੋਪੈਥੀ ਦੇ ਸਾਈਡ ਇਫੈਕਟਸ ਨੂੰ ਦੇਖਿਆ। ਔਰ ਐਲੋਪੈਥੀ ਦੇ ਸਾਈਡ ਇਫੈਕਟਸ ਤੋਂ ਅੱਜ ਅਸੀਂ ਦੇਖਦੇ ਹਾਂ ਹਰ ਇੱਕ ਬੰਦਾ ਐਲੋਪੈਥਿਕ ਮੈਡੀਸਨ ਲਾਈਫ ਲੌਂਗ ਖਾ ਰਿਹਾ ਹੈ। ਡਾਇਬਟੀਜ਼ ਦੀਆਂ, ਹਾਈਪਰਟੈਂਸ਼ਨ ਦੀਆਂ, ਉਹਨਾਂ ਨੂੰ ਇੱਕ ਲਾਈਫ ਲੌਂਗ ਥੈਰੇਪੀਜ਼ 'ਤੇ ਪਾ ਦਿੱਤਾ ਜਾਂਦਾ, ਔਰ ਉਹਦੇ ਬਾਵਜੂਦ ਥੋੜ੍ਹੇ ਸਾਲਾਂ ਬਾਅਦ ਫਿਰ ਕੰਪਲੀਕੇਸ਼ਨਸ ਆਉਂਦੀਆਂ। ਅਤੇ ਹੋਮਿਓਪੈਥੀ ਡਿਊਰਿੰਗ ਕੋਵਿਡ ਵੀ ਆਲ ਓਵਰ ਵਰਲਡ ਸੈਕਿੰਡ ਬੈਸਟ ਅਲਟਰਨੇਟਿਵ ਦੇ ਤੌਰ 'ਤੇ, ਐਲੋਪੈਥੀ ਦੇ ਤੌਰ 'ਤੇ ਅਗਰ ਦੇਖੀਏ ਤਾਂ ਪੂਰੀ ਦੁਨੀਆ ਵਿੱਚ ਲੋਕਾਂ ਨੇ ਹੋਮਿਓਪੈਥੀ 'ਤੇ ਸਭ ਤੋਂ ਵਧੀਆ ਭਰੋਸਾ ਕੀਤਾ ਹੈ ਔਰ ਇਸ ਭਰੋਸੇ 'ਤੇ ਖਰੀ ਉਤਰੀ ਹੈ। ਪਿਛਲੇ ਸਾਲਾਂ 'ਚ ਹੋਮਿਓਪੈਥੀ ਦਾ ਬਿਜ਼ਨਸ ਟਰਨਓਵਰ, ਹੋਮਿਓਪੈਥੀ ਦਾ ਲੋਕਾਂ 'ਤੇ ਵਿਸ਼ਵਾਸ ਔਰ ਹੋਮਿਓਪੈਥੀ ਦੀ ਭਰੋਸੇਯੋਗਤਾ ਬਹੁਤ ਵਧੀ ਹੈ ਪਿਛਲੇ ਸਮੇਂ 'ਚ। You've always said ਕਿ we've listened, we understood and then we treat। ਤੇ ਜਦੋਂ ਵੀ ਕੋਈ ਪੇਸ਼ੈਂਟ ਆਉਂਦਾ ਹੈ ਜਾਂ ਤਾਂ ਉਹ ਮਾਨਸਿਕ ਤੌਰ 'ਤੇ ਜਾਂ ਸਰੀਰਕ ਤੌਰ 'ਤੇ ਰੋਗੀ ਹੋਇਆ ਕਰਦਾ ਹੈ, ਉਸ ਨੂੰ ਜ਼ਰੂਰਤ ਹੁੰਦੀ ਹੈ ਇਸ ਆਸਰੇ ਦੀ, ਉਸ ਨੂੰ ਜ਼ਰੂਰਤ ਹੁੰਦੀ ਹੈ ਇਸ ਭਰੋਸੇ ਦੀ ਕਿ ਕੋਈ ਪਹਿਲਾਂ ਉਸ ਨੂੰ ਸੁਣ ਰਿਹਾ ਹੈ, ਉਸ ਨੂੰ ਸਮਝ ਰਿਹਾ ਹੈ। ਟ੍ਰੀਟਮੈਂਟ ਬਾਅਦ ਦੇ ਵਿੱਚ ਹੁੰਦਾ ਹੈ, ਪਰ ਜਦੋਂ ਉਸ ਦੀ ਪੂਰੀ ਗੱਲ ਸੁਣ ਲਈ ਜਾਂਦੀ ਹੈ, ਅੱਧਾ ਟ੍ਰੀਟਮੈਂਟ ਉਸ ਦਾ ਉੱਥੇ ਹੀ ਮੁਕੰਮਲ ਹੋ ਜਾਂਦਾ ਹੈ। ਹਾਊ ਆਰ ਯੂ ਅਸ਼ੋਰਿੰਗ ਦਿਸ? ਅਸੀਂ ਹੋਮਿਓਪੈਥੀ ਦਾ, ਮੈਂ ਆਪਣੀ ਕੰਪਨੀ ਦਾ ਇਹ ਵੀ ਅੰਡਰਸਟੈਂਡ, ਵੀ ਲਿਸਨ, ਵੀ ਅੰਡਰਸਟੈਂਡ ਐਂਡ ਵੀ ਟਰੀਟ ਲੋਗੋ, ਇਹ ਗੁਰਬਾਣੀ ਤੋਂ ਪ੍ਰੇਰਿਤ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਵੈਦਾਂ ਵੈਦ ਸੁਵੈਦ ਤੂੰ, ਪਹਿਲਾਂ ਰੋਗ ਪਛਾਣ, ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਨ। ਜਦੋਂ ਅਸੀਂ ਪੇਸ਼ੈਂਟ ਨੂੰ ਅੰਡਰਸਟੈਂਡ ਕਰਦੇ ਹਾਂ, ਤੁਸੀਂ ਦੇਖੋਗੇ ਕਿ ਹੋਮਿਓਪੈਥੀ 'ਚ ਬਹੁਤ ਲੰਬੀ ਕੇਸ ਟੇਕਿੰਗ ਕੀਤੀ ਜਾਂਦੀ ਹੈ। ਉਹਦਾ ਮਕਸਦ ਕੀ ਹੁੰਦਾ ਹੈ ਕਿ ਪੇਸ਼ੈਂਟ ਨਾਲ ਇੱਕ ਤਾਂ ਕੈਥਾਰਸਿਸ ਹੋਵੇ, ਦੂਸਰਾ ਮਰੀਜ਼ ਨੂੰ ਸੁਣ ਕੇ ਉਹਦੀ ਬਿਮਾਰੀ ਨੂੰ ਅੰਡਰਸਟੈਂਡ ਕੀਤਾ ਜਾਵੇ, ਫਿਰ ਉਹਦਾ ਟ੍ਰੀਟਮੈਂਟ ਬਹੁਤ ਅੱਛਾ ਹੁੰਦਾ। ਅਤੇ ਹਰ ਇੱਕ ਬੰਦਾ ਆਪਾਂ ਸਾਰੇ ਹੀ ਦੁਨੀਆ ਦੇ ਵਿੱਚ ਚਾਹੁੰਦੇ ਹਾਂ ਕਿ ਮੈਨੂੰ ਕੋਈ ਸੁਣਨ ਵਾਲਾ ਹੋਵੇ। ਅਸੀਂ ਸਭ ਤੋਂ ਵੱਧ ਉਹਦੇ ਨਾਲ ਅਟੈਚ ਹੁੰਦੇ ਹਾਂ ਜਿਹਦੇ ਨਾਲ ਸਾਨੂੰ ਇਹ ਫੀਲ ਹੁੰਦਾ ਹੈ ਕਿ ਹਾਂ ਮੈਨੂੰ ਸੁਣਿਆ ਜਾ ਰਿਹਾ। ਜਪਜੀ ਸਾਹਿਬ 'ਚ ਵੀ ਆਪਾਂ 4 ਪੌੜੀਆਂ ਸੁਣਿਆਂ ਦੀਆਂ ਸੁਣਦੇ ਹਾਂ, ਮਤਲਬ ਕੋਈ ਜਿਹੜਾ ਸਾਨੂੰ ਸੁਣਦਾ ਉਹ ਸਾਡੇ ਬਹੁਤ ਕਲੋਜ਼ ਹੈ। ਅਤੇ ਸਾਡੀ ਕੰਪਨੀ ਦਾ ਜਿਹੜਾ ਇਹ ਮੋਟੋ ਹੀ ਹੈ ਕਿ ਅਫੈਕਟੋ ਹੋਮਿਓਪੈਥੀ, ਮਤਲਬ ਹੋਮਿਓਪੈਥੀ ਦੇ ਨਾਲ ਅਫੈਕਸ਼ਨ, ਪਿਆਰ, ਇੱਕ ਮਾਂ ਵਾਲਾ ਪਿਆਰ ਜਿਹੜਾ ਪੇਸ਼ੈਂਟ ਨੂੰ ਕੇਅਰ ਦਿੱਤੀ ਜਾਂਦੀ ਹੈ ਜੀ। ਅਤੇ ਅਸੀਂ ਹੋਮਿਓਪੈਥੀ ਦੇ ਨਾਲ ਇਸ ਚੀਜ਼ ਨੂੰ ਹਾਈਲਾਈਟ ਕਰਦੇ ਹਾਂ। ਡਾਕਟਰ ਸਾਹਿਬ, ਮੈਂ ਇੱਕ ਗੱਲ ਪੁੱਛਣੀ ਚਾਹੁੰਦਾ। ਅਕਸਰ ਕੋਈ ਚੀਜ਼ ਜ਼ਿੰਦਗੀ ਦੇ ਵਿੱਚ ਸਲੋ ਚੱਲਦੀ ਹੈ, ਹੌਲੀ ਚੱਲਦੀ ਹੈ, ਉਹਦੀ ਤੁਲਨਾ ਹੋਮਿਓਪੈਥਿਕ ਨਾਲ ਕੀਤੀ ਜਾਂਦੀ ਹੈ। ਇੱਦਾਂ ਕਿਉਂ ਹੈ? ਇਹ ਉਵੇਂ ਹੀ ਚੱਲ ਰਹੀ ਹੈ ਜਾਂ ਇਹਦੇ ਵਿੱਚ ਕੋਈ ਬਦਲਾਅ ਆਇਆ? ਦੇਖੋ, ਹਰ ਚੀਜ਼ ਦੇ ਵਿੱਚ ਕੁਝ ਮਿਥ ਹੁੰਦੀਆਂ ਨੇ, ਕੁਝ ਸੱਚਾਈਆਂ ਹੁੰਦੀਆਂ ਨੇ। ਹੁਣ ਐਕਚੁਅਲੀ ਜੇ ਆਪਾਂ ਦੇਖੀਏ ਤਾਂ ਬਿਮਾਰੀਆਂ 2 ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਐਕਿਊਟ ਅਤੇ ਇੱਕ ਕਰੋਨਿਕ। ਹੁਣ ਜਿੱਦਾਂ ਪਿੱਛੇ ਜੇ ਕੋਵਿਡ ਦੇ ਸਾਡੇ ਕੋਲ ਮਰੀਜ਼ ਆਏ ਜਾਂ ਹੋਰ ਮਰੀਜ਼ ਆਏ, ਉਹਦਾ ਤਾਂ ਅਸੀਂ 12 ਘੰਟੇ 14 ਘੰਟਿਆਂ 'ਚ ਰਿਜ਼ਲਟ ਲੈਂਦੇ ਹਾਂ। ਪਰ ਹੁਣ ਜਿਸ ਤਰ੍ਹਾਂ ਬਿਮਾਰੀ ਹੈ, ਕੋਈ ਡਾਇਬਟੀਜ਼ ਹੈ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ, ਕਿਸੇ ਨੂੰ ਥਾਇਰਾਇਡ ਹੈ, ਉਹ ਸਾਲਾਂ ਬੱਧੀ ਚੱਲਣ ਵਾਲੀ ਬਿਮਾਰੀ ਹੈ। ਅਗਰ ਮੈਂ ਇਹ ਕਲੇਮ ਕਰਦਾ ਕਿ ਮੈਂ ਉਹਨੂੰ 4 ਜਾਂ 5 ਸਾਲਾਂ 'ਚ ਜੜ ਤੋਂ ਠੀਕ ਕਰਦਾ, ਤਾਂ ਮੈਨੂੰ ਨਹੀਂ ਲੱਗਦਾ ਉਹ ਕੰਪੈਰੇਟਿਵਲੀ ਇੱਕ ਐਲੋਪੈਥਿਕ ਦਵਾਈ ਜਿਹੜੀ ਤੁਸੀਂ ਤੁਹਾਡੇ ਡੈਥ ਬੈੱਡ ਤੱਕ ਤੁਹਾਡੇ ਨਾਲ ਜਾਣੀ ਹੈ, ਉਹਦੇ ਕੰਪੈਰੇਟਿਵਲੀ ਅਗਰ ਮੈਂ 2 ਜਾਂ 3 ਸਾਲ 'ਚ ਉਹਨੂੰ ਸਲੋ ਟ੍ਰੀਟਮੈਂਟ ਨਹੀਂ ਕਹਾਂਗਾ, ਰਾਦਰ ਮੈਂ ਕਹਾਂਗਾ ਕਿ ਇਫੈਕਟਿਵ ਐਂਡ ਫਾਸਟ ਟ੍ਰੀਟਮੈਂਟ। ਤਾਂ ਇੱਕ ਮਿਥ ਹੈ। ਮੈਂ ਤਾਂ ਇਸ ਪ੍ਰੋਗਰਾਮ ਦੇ ਵਿੱਚ ਚੱਲਦੇ ਕਿ ਇਹ ਵੀ ਜ਼ਿਕਰ ਕਰਾਂਗਾ ਕਿ ਸਿਆਣੇ ਅਕਸਰ ਗੱਲਾਂ ਕਰਦੇ ਹੁੰਦੇ ਆ ਵੀ ਇਲਾਜ ਨਾਲੋਂ ਪਰਹੇਜ਼ ਚੰਗਾ। ਅਤੇ ਜਿਹੜੇ ਵੈਦਿਆ ਜਗਜੀਤ ਸਿੰਘ ਹੈ, ਚੌਥੀ ਪੀੜ੍ਹੀ ਇਸ ਦੇ ਵਿੱਚ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਆ। ਆਯੁਰਵੈਦ ਕਿਵੇਂ ਐਲੋਪੈਥੀ ਹੋਮੋਪੈਥਿਕ ਤੋਂ ਵੱਖਰਾ ਹੈ? ਉਹਦਾ ਯਕੀਨ ਪਿਛਲੇ ਕੁਝ ਸਮੇਂ ਦੇ ਵਿੱਚ ਟੁੱਟਿਆ ਅਤੇ ਮੁੜ ਤੋਂ ਵੱਜਣ ਵੀ ਲੱਗਿਆ ਹੈਗਾ। ਅਤੇ ਤੁਸੀਂ ਇਸ ਦੇ ਉੱਤੇ ਚਾਨਣਾ ਪਾਓ ਕਿ ਆਯੁਰਵੈਦਿਕ ਵੱਲ ਲੋਕ ਵਾਪਸ ਕਿਉਂ ਮੁੜਨ ਲੱਗੇ ਅਤੇ ਕਿਉਂ ਮੁੜਨ ਜਿਹੜੇ ਹਲੇ ਨਹੀਂ ਮੁੜੇ? ਸਭ ਤੋਂ ਪਹਿਲਾਂ ਮੈਂ ਜੀ ਪੰਜਾਬੀ ਦਾ ਥੈਂਕਫੁਲ ਹਾਂ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਹੈਗਾ। ਆਯੁਰਵੇਦ ਦਾ ਜਿਵੇਂ ਨਾਮ ਹੈ ਨਾ, ਆਯੁਰਵੇਦ, ਆਯੂ ਦਾ ਗਿਆਨ, ਜਿਸ ਸਾਇੰਸ, ਜਿਸ ਗ੍ਰੰਥ ਦੇ ਵਿੱਚ ਹੈ ਉਹ ਆਯੁਰਵੇਦ ਹੈ ਜੀ। 2 ਤਰ੍ਹਾਂ ਦੀ ਚਿਕਿਤਸਾ ਹੈ, ਇੱਕ ਸ਼ਮਨ ਚਿਕਿਤਸਾ, ਇੱਕ ਸ਼ੋਧਨ ਚਿਕਿਤਸਾ। ਜਿੰਨੀਆਂ ਵੀ ਚਿਕਿਤਸਾਵਾਂ ਤੁਸੀਂ ਦੇਖ ਰਹੇ ਹੋਗੇ, ਚਾਹੇ ਕਿਸੇ ਨੂੰ ਥਾਇਰਾਇਡ ਹੋ ਜਾਵੇ, ਬਲੱਡ ਪ੍ਰੈਸ਼ਰ ਹੋ ਜਾਵੇ,
ਨਾਰਮਲੀ ਕੋਈ ਵੀ ਪ੍ਰੋਬਲਮ ਜਿਹੜੀ ਹੈ, ਜਿਹੜੀ ਕਿ ਥੋੜੀ ਜਿਹੀ ਪ੍ਰੋਲੋਂਗ ਬਲੱਡ ਪ੍ਰੈਸ਼ਰ ਦੀ ਤੁਸੀਂ ਪੇਸ਼ੈਂਟ ਦੇਖ ਲਓ, ਉਹ ਜ਼ਿਆਦਾਤਰ ਸ਼ਮਨ ਚਿਕਿਤਸਾ ਕੀਤੀ ਜਾਂਦੀ ਹੈ, ਮੈਨੇਜਮੈਂਟ ਕੀਤੀ ਜਾਂਦੀ ਹੈ। ਆਪਾਂ ਸਾਰੇ ਬੈਠੇ ਆਂਗੇ, ਜੇ ਆਪਾਂ ਸਾਰੇ ਸਵਸਥ ਹਾਂ ਤਾਂ ਆਪਣੇ ਘਰ 'ਚ ਜਾਂ ਕਿਸੇ ਪੜੋਸ ਨੂੰ ਇਹ ਪ੍ਰੋਬਲਮ ਹੋਣਗੀਆਂ। ਮੈਨੂੰ ਕੋਈ ਦੱਸ ਦਿਓ ਵੀ ਤੁਸੀਂ ਕੋਈ ਪੇਸ਼ੈਂਟ, ਮੈਂ ਬਹੁਤ ਵੱਡੀ ਗੱਲ ਕਹਿ ਰਿਹਾ, ਬਹੁਤ ਕੌਨਫੀਡੈਂਸ ਨਾਲ ਕਹਿ ਰਿਹਾ, ਤੁਸੀਂ ਕੋਈ ਪੇਸ਼ੈਂਟ ਕਿਸੇ ਪੈਥੀ ਨਾਲ ਠੀਕ ਹੁੰਦਾ ਦੇਖਿਆ? ਸਿਰਫ ਮੈਨੇਜ ਹੁੰਦਾ ਹੈ। ਅਗਰ ਉਹ ਠੀਕ ਹੁੰਦਾ, ਅਗਰ ਉਹਦੀ ਸ਼ੋਧਨ ਹੁੰਦਾ ਹੈਗਾ, ਉਹ ਆਯੁਰਵੇਦ ਦੇ ਵਿੱਚ ਹੈ। ਆਯੁਰਵੇਦ ਸਾਇੰਟੀਫਿਕ ਸਾਇੰਸ ਹੈ। ਇਹ ਤਾਂ ਬਹੁਤ ਵੱਡਾ ਚੈਲੰਜ ਕਰ ਰਹੇ ਹੋ ਡਾਕਟਰ ਸਾਹਿਬ, ਗੱਲ ਨਾਲ ਇਤਫਾਕ ਰੱਖਦੇ ਹੋ ਇਹ ਤੁਸੀਂ ਮੈਂ ਉਹਨਾਂ ਸਰ ਨਾਲ? ਇੱਕ ਉਹ ਕਹਿੰਦੇ ਮਿੰਟ, ਹੋਰ ਇੱਕ ਕਿਸੇ ਮਿੰਟ ਪੈਥੀ ਨਾਲ ਲਵਾਂਗਾ। ਕੋਈ ਠੀਕ ਹੁੰਦਾ ਤੇ ਇਹ ਇੱਕ ਸਾਇੰਟੀਫਿਕ ਸਾਇੰਸ ਹੈ। ਇਹ ਦੇਖੋ, ਜਿਹੜੇ ਹੋਮੋਪੈਥੀ, ਇਹ ਸਾਡਾ ਅਲਾਈਡ, ਅਸੀਂ ਸਾਰੇ ਇਕੱਠੇ ਆਂਗੇ। ਇਹਨਾਂ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਹੋਮੋਪੈਥੀ ਨਾਲ ਨਹੀਂ ਠੀਕ ਹੁੰਦੇ, ਲੇਕਿਨ ਇੱਕ ਸਾਇੰਟੀਫਿਕ ਸਾਇੰਸ ਆਯੁਰਵੇਦ, ਜਿਹੜੀ ਕਿ ਜੋ 2000-3000 ਸਾਲ ਪਹਿਲਾਂ ਜੋ ਸ਼ਾਸਤਰਾਂ ਵਿੱਚ ਲਿਖਿਆ ਗਿਆ, ਉਹ ਅੱਜ ਵੀ ਉਨਾ ਹੀ ਪ੍ਰੈਕਟੀਕਲ ਹੈ ਜਿੰਨਾ ਕਿ ਉਦੋਂ ਹੁੰਦਾ ਸੀ। ਹੁਣ ਤੁਹਾਡੇ ਸਾਹਮਣੇ ਹੈ ਇੱਕ ਨਵਾਂ, ਜਿੰਨੀਆਂ ਵੀ ਸਾਡੇ ਐਪੀਡੈਮਿਕਸ ਆਈਆਂ, ਚਾਹੇ ਬਹੁਤ ਦੇਰ ਪਹਿਲਾਂ ਪਲੇਗ ਆਇਆ, ਇਹ ਚਲੋ ਹੁਣ ਆ ਜਿਹੜੀ ਆਪਾਂ ਲੇਟੈਸਟ ਸਾਰਾ ਦੇਖਿਆ ਹੈਗਾ, ਕੋਈ ਐਸਾ ਘਰ ਜਾਂ ਕੋਈ ਐਸਾ ਡਾਕਟਰ ਦੇਖਿਆ ਹੈਗਾ ਜਿਹਨੇ ਕਿ ਕਾੜਾ ਨਾ ਪੀਤਾ ਹੋਵੇ, ਮਲੱਠੀ ਦਾਲਚੀਨੀ ਤੁਲਸੀ ਉਬਾਲ ਕੇ ਨਾ ਪੀਤੀ ਹੋਵੇ? ਜੀ, ਮੈਂ ਪਰਸੋਂ ਡਿਸਕਸ਼ਨ ਆਜ ਤੱਕ ਤੇ ਸੁਣ ਰਿਹਾ ਸੀਗਾ, ਬਹੁਤ ਸੀਨੀਅਰ ਡਾਕਟਰ ਤ੍ਰੇਹਣ ਸਾਰੇ ਬੈਠੇ ਸੀ, ਲੇਕਿਨ ਉਹਨਾਂ ਨੇ ਮੌਂਕੀ ਪੌਕਸ ਬਾਰੇ ਡਿਸਕਸ਼ਨ ਚੱਲ ਰਹੀ ਸੀ। ਲਾਸਟ 'ਚ ਉਹਨਾਂ ਨੇ ਤਿੰਨਾਂ ਨੇ ਕਨਕਲੂਜਨ ਕੱਢਿਆ, ਜਿਸ ਵਿਅਕਤੀ ਦੀ ਇਮਿਊਨ ਸਿਸਟਮ ਬੈਲੈਂਸਡ ਹੈ, ਉਹਦੇ ਤਿੰਨੇ ਦੋਸ਼ ਜਿਹੜੇ ਨੇ ਕਿ ਉਹ ਇੰਬੈਲੈਂਸ ਨਹੀਂ ਹੈਗੇ, ਉਹਨੂੰ ਕੋਈ ਵੀ ਮੌਂਕੀ ਪੌਕਸ ਵਾਇਰਸ ਜਾਂ ਜਿੰਨੇ ਵੀ ਪ੍ਰੋਬਲਮ ਨੇਗੀਆਂ ਉਹ ਨਹੀਂ ਹੋ ਸਕਦੀਆਂ। ਅੱਜ ਸਰ ਰਿਸਰਚ ਹੋ ਰਹੀ ਹੈ ਵੀ ਕੋਵਿਡ ਜ਼ਿਆਦਾ ਕਿਹਨਾਂ ਨੂੰ ਹੋਇਆ? ਤੁਸੀਂ ਨਜ਼ਰ ਮਾਰ ਲਿਓ, ਜਿਨ੍ਹਾਂ ਦੀ ਕਫ ਪ੍ਰਕਿਰਤੀ ਹੈ, ਜਿਨ੍ਹਾਂ 'ਚ ਵਾਟਰ ਐਲੀਮੈਂਟ ਜ਼ਿਆਦਾ ਹੈ ਬਾਡੀ ਦੇ ਵਿੱਚ, ਕੋਵਿਡ ਜ਼ਿਆਦਾ ਉਹਨਾਂ ਨੂੰ ਡੇਂਜਰਸ ਰੂਪ ਦੇ ਵਿੱਚ ਹੋਇਆ। ਜਿਹੜੇ ਪਿੱਤ ਪ੍ਰਧਾਨ ਨੇ, ਜਿਨ੍ਹਾਂ 'ਚ ਫਾਇਰ ਐਲੀਮੈਂਟ ਜ਼ਿਆਦਾ ਹੈਗਾ ਬਾਡੀ ਦੇ ਵਿੱਚ, ਉਹਨਾਂ ਨੂੰ ਕੋਵਿਡ ਨੇ ਜ਼ਿਆਦਾ ਨਹੀਂ ਛੂਇਆ ਹੈ। ਜੀ, ਜਿਨ੍ਹਾਂ ਨੂੰ ਅਸੀਂ ਆਰਟੀਫਿਸ਼ੀਅਲ ਮੈਡੀਸਨ, ਜਿਨ੍ਹਾਂ ਨੂੰ ਆਪਾਂ ਸਟੀਰੋਇਡ ਕਹਿ ਦਿੰਦੇ ਆ, ਹੈਫਾਜ਼ਟਲੀ ਦਿੱਤਾ ਗਿਆ, ਉਹਨਾਂ ਨੂੰ ਕੋਵਿਡ ਜ਼ਿਆਦਾ ਡੇਂਜਰਸ ਹੋਇਆ। ਸੋ ਆਯੁਰਵੇਦ ਦਾ ਤਾਂ ਕਿਸੇ ਨਾਲ ਕੋਈ ਕੰਪੈਰੀਜ਼ਨ ਹੀ ਨਹੀਂ ਹੈ। ਆਪਾਂ ਸਵੇਰ ਤੋਂ ਆਪਾਂ ਨੂੰ ਥੋੜ੍ਹਾ ਡਿਫਾਈਨ ਕਰਨ 'ਚ ਪ੍ਰੋਬਲਮ ਆਉਂਦੀ ਹੈ। ਅਸੀਂ ਕਹਿੰਦੇ ਕਿ ਆਯੁਰਵੇਦ ਦਵਾਈਆਂ ਜੀ, ਜੋ ਕਾੜੇ ਜੀ, ਅੱਜ ਉਹ ਪ੍ਰੋਬਲਮ ਉਹ ਨਹੀਂ ਹੈ। ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਪਹਿਨਦੇ ਆ, ਜੋ ਖਾਂਦੇ ਆ, ਸਵੇਰੇ ਉੱਠ ਕੇ ਚਾਹ ਪੀਂਦੇ ਹੋ, ਤੁਸੀਂ ਖਾਣਾ ਖਾਂਦੇ ਹੋ, ਲੰਚ ਇਹ ਸਭ ਆਯੁਰਵੇਦ ਹੈ। ਔਰ ਕੀ ਹੈ? ਤੁਸੀਂ ਕਾਲੀ ਮਿਰਚ ਖਾਂਦੇ ਹੋ, ਮਲੱਠੀ ਖਾਂਦੇ ਹੋ, ਦਾਲਾਂ ਖਾਂਦੇ ਹੋ, ਇਹ ਆਯੁਰਵੇਦ ਹੈ। ਲੇਕਿਨ ਥੋੜ੍ਹੀ ਜਿਹੀ ਜਿਹੜੀ ਕਮੀ ਹੋਈ ਨਾ, ਉਹ ਆਯੁਰਵੇਦ ਨੂੰ ਡਿਫਾਈਨ ਕਰਨ ਵਾਲਿਆਂ ਦੀ ਜਾਂ ਆਯੁਰਵੇਦ ਦੀ ਐਜੂਕੇਸ਼ਨ 'ਚ ਕਮੀ ਹੋਈ। ਜੀ, ਹੁਣ ਅੱਜ ਇੱਕ ਬੜੀ ਅੱਛੀ ਓਨੈਸਟ ਸਰਕਾਰ ਆਈ ਹੈ, ਸਾਨੂੰ ਬੜੀਆਂ ਆਸਾਂ ਨੇਗੀਆਂ ਵੀ ਅੱਜ ਇਹ ਬਹੁਤ ਅੱਛੇ ਕੰਮ ਕਰ ਵੀ ਰਹੇ ਨੇ, ਹੋਰ ਕਰਨਗੇ, ਔਰ ਖਾਸ ਤੌਰ ਤੇ ਐਜੂਕੇਸ਼ਨ ਵੱਲ ਧਿਆਨ ਦੇਣਗੇ, ਤਾਂ ਕਿ ਅਸੀਂ ਆਪਣੀ ਜਿਹੜੀ ਐਂਸ਼ੀਅੰਟ ਸਾਇੰਸ ਹੈ ਉਹਨੂੰ ਅੱਛੀ ਤਰ੍ਹਾਂ ਲੋਕਾਂ ਦੇ ਵਿੱਚ ਡਿਫਾਈਨ ਕਰ ਸਕੀਏ। ਬੇਈਮਾਨ ਸਰਕਾਰਾਂ ਪ੍ਰੈਸ਼ਰ ਵੀ ਪਾਉਂਦੀਆਂ ਕਿਸੇ ਤਰੀਕੇ ਦਾ? ਨਹੀਂ, ਦੇਖੋ, ਤੁਸੀਂ ਕਹਿੰਦੇ ਇਮਾਨਦਾਰ ਸਰਕਾਰ ਮੈਂ ਦੱਸਦਾ ਜੀ, ਮੈਂ ਕਿਸੇ ਨੂੰ ਵੈਸੇ ਬੇਈਮਾਨ ਕਹਿਣ ਲਈ ਕੈਪੈਸਿਟੀ ਨਹੀਂ ਹੈ, ਲੇਕਿਨ ਹੁੰਦਾ ਕੀ ਹੈ, ਇੱਕ ਡਿਸਕਸ਼ਨ ਥਰੂ ਆਊਟ ਵਰਲਡ ਇਦਾਂ ਦੀ ਵੀ ਚੱਲ ਰਹੀ ਹੈ ਕਿ ਸਭ ਤੋਂ ਵੱਡਾ ਮਾਫੀਆ ਜਿਹੜਾ ਫਾਰਮਾ ਦੇ ਵਿੱਚ ਚੱਲ ਰਿਹਾ ਹੈ, ਉਹੀ ਪੱਤਾ, ਉਹੀ ਦਵਾਈ, ਉਹੀ ਸਾਲਟ 10 ਦਾ ਵੀ ਮਿਲਦਾ, ਉਹ 100 ਤੋਂ ਘੱਟ ਦਾ ਵੀ ਨਹੀਂ ਮਿਲਦਾ ਹੈਗਾ। ਲੋਕਾਂ ਨੂੰ ਬਿਮਾਰੀਆਂ ਪ੍ਰਤੀ ਧੱਕੇ ਨਾਲ ਲਿਜਾਇਆ ਜਾ ਰਿਹਾ। ਮੈਂ ਉਸ ਸੰਦਰਭ ਦੇ ਵਿੱਚ ਸਵਾਲ ਪੁੱਛਿਆ, ਤੁਸੀਂ ਕਿਹਾ ਕਿ ਹੁਣ ਇਮਾਨਦਾਰ ਸਰਕਾਰ ਆਈ ਹੈ, ਉਹ ਸਰਕਾਰ ਦੇ ਵਜ਼ੀਰ ਵੀ ਸਾਡੇ ਦਰਮਿਆਨ ਬੈਠੇ ਆ, ਉਹਨਾਂ ਦਾ ਵੀ ਇਸਤਕਬਾਲ ਹੈ ਇੱਥੇ, ਤੇ ਤੁਸੀਂ ਕਹਿੰਦੇ ਹੋ ਕਿ ਇਮਾਨਦਾਰ ਸਰਕਾਰ, ਇਟ ਮੀਨ ਜਿਹੜੀਆਂ ਕੋਈ ਬੇਈਮਾਨਾਂ ਸੀਗੀਆਂ, ਉਹ ਬੇਈਮਾਨਾਂ ਉਹ ਦਵਾਈਆਂ ਦੇ ਵਿੱਚ ਵੀ ਜਾਂਦਾ ਹੈ, ਉੱਥੇ ਤੱਕ ਵੀ ਪਹੁੰਚਦੀ ਹੈ। ਮੈਂ ਦੱਸਦਾ ਜੀ, ਦੇਖੋ ਸਾਡੀਆਂ ਮੈਡੀਸਨ ਕਿਸ ਬੇਸ ਤੇ ਨੇ? ਆਰਾਮ ਮਟੀਰੀਅਲ ਤੇ। ਦੋ ਗੱਲਾਂ ਨਹੀਂ ਕਿ ਐਜੂਕੇਸ਼ਨ ਦੀ ਮੈਂ ਗੱਲ ਕਰੀ ਹੈ ਕਿ ਮੈਡੀਸਨ ਦੀ ਤੁਸੀਂ ਗੱਲ ਕਰੀ ਹੈ। ਜਿਹੜੀ ਮੈਡੀਸਨ ਨੇਗੀਆਂ, ਰਾ ਮਟੀਰੀਅਲ ਸਹੀ ਔਰ ਸਹੀ ਕੁਆਲਿਟੀ ਦਾ ਅਗਰ ਇੱਕ ਡਾਕਟਰ ਨੂੰ ਮਿਲਣਾ ਸ਼ੁਰੂ ਹੋ ਜਾਵੇ, ਤਾਂ ਮੈਂ ਕਹਿੰਦਾ ਕੋਈ ਐਸਾ ਐਲੀਮੈਂਟ ਨਹੀਂ ਜਿਹੜਾ ਕਿ ਕਿਉਰ ਨਾ ਹੋਵੇ। ਕਿਉਰ, ਨਾਟ ਮੈਨੇਜਮੈਂਟ। ਸਿਮਿਲਰਲੀ ਮੈਂ ਐਜੂਕੇਸ਼ਨ ਦੀ ਗੱਲ ਕਰ ਰਿਹਾ ਸੀ। ਜੇ ਸਾਡੀ ਐਜੂਕੇਸ਼ਨ ਦੇ ਵਿੱਚ ਸੁਧਾਰ ਹੋ ਜਾਵੇ, ਜੋ ਸਾਡੇ ਕਾਲਜਾਂ ਵਿੱਚ ਪੜ੍ਹਾਇਆ ਜਾਂਦੀ ਹੈ ਜਾਂ ਸਾਡੀਆਂ ਜੋ ਯੂਨੀਵਰਸਿਟੀਆਂ ਵਿੱਚ ਕੰਮ ਹੋ ਰਿਹਾ ਹੈਗਾ, ਜੇ ਉਹ ਠੀਕ ਤਰੀਕੇ ਨਾਲ ਹੋਣਾ ਲੱਗ ਜਾਵੇ, ਲੋਕਾਂ ਨੂੰ ਪਤਾ ਲੱਗਣ ਲੱਗ ਜਾਵੇ ਵੀ ਬਾਤ ਪਿੱਤ ਕਫ ਕੀ ਨੇ, ਜਾਂ ਸਾਡੇ ਜਿਹੜੀ ਇਹ ਧਾਤੂਆਂ ਦੇ ਨਾਲ ਬਾਡੀ ਬਣੀ ਹੋਈ ਹੈ, ਕਿਵੇਂ ਧਾਤੂ ਨੂੰ ਅਸੀਂ ਬੈਲੈਂਸ ਕਰਕੇ ਹੀ ਘਰੇ ਬੈਠ ਕੇ ਠੀਕ ਕਰ ਸਕਦੇ ਹਾਂ, ਤਾਂ ਸਾਨੂੰ ਕੋਈ ਜ਼ਿਆਦਾ ਦਵਾਈਆਂ ਖਾਣ ਦੀ ਜ਼ਰੂਰਤ ਹੀ ਨਾ ਪਵੇ। ਬਿਲਕੁਲ, ਕਿਉਂਕਿ ਵੈਦ ਸਾਹਿਬ ਸਾਡੇ ਵਿਚਕਾਰ ਨੇ, ਤਾਂ ਮੈਂ ਤੁਹਾਨੂੰ ਵੀ ਦੱਸਦੀ ਜਾਵਾਂ ਕਿ ਰਾਸ਼ਟਰੀ ਗੁਰੂ ਨੇ ਤੇ ਇੰਡੀਆ ਦੇ ਵਿੱਚ ਕੁਝ ਚੁਣਿੰਦੇ ਹੀ ਗੁਰੂ ਨੇ ਜਿਨ੍ਹਾਂ ਦੇ ਅੰਡਰ ਹਰ ਸਾਲ ਕੁਝ ਡਾਕਟਰਸ ਆ ਕੇ ਸਿੱਖਦੇ ਨੇ, ਟ੍ਰੇਨਿੰਗ ਲੈਂਦੇ ਨੇ। ਇਹ ਖਿਤਾਬ, ਇਹ ਅਹੁਦਾ ਇਹਨਾਂ ਨੂੰ ਹਾਸਲ ਹੈ ਤੇ 135 ਸਾਲ ਤੋਂ
ਇਸ ਆਯੁਰਵੇਦ ਦੇ ਖੇਤਰ ਦੇ ਵਿੱਚ ਇਹ ਸੇਵਾਵਾਂ ਦੇ ਰਹੇ ਨੇ। ਸਰ, ਜਿੱਥੇ ਆਯੁਰਵੇਦ ਦਾ ਗੱਲ ਹੋ ਰਹੀ ਹੈ ਉੱਥੇ ਹੀ ਪੰਚਕਰਮਾ ਦਾ ਵੀ ਜ਼ਿਕਰ ਆ ਰਿਹਾ ਹੈ, ਪੰਚਕਰਮਾ ਸੈਂਟਰ ਤੋਂ ਵੀ ਤੁਸੀਂ ਹੋ, ਤੇ ਇਹਦੀ ਇੰਪੋਰਟੈਂਸ ਕੀ ਹੈ ਐਂਡ ਵਾਟ ਇਜ਼ ਇਟ ਆਲ ਅਬਾਊਟ? ਬਹੁਤ ਅੱਛਾ ਸਵਾਲ ਹੈ, ਰੈਲੇਵੈਂਟ ਸਵਾਲ ਹੈ। ਪੰਚਕਰਮਾ ਜਿਹੜਾ ਹੈ ਇਹ ਆਯੁਰਵੇਦ ਦੀ ਉਹ ਵਿਧੀ ਹੈ, ਜੇ ਮੈਂ ਹੁਣੇ ਕਹਿ ਰਿਹਾ ਸੀ ਨਾ ਕਿ ਸ਼ੋਧਨ ਕਰਨ ਵਾਸਤੇ, ਬਾਡੀ ਨੂੰ ਡਿਟੌਕਸੀਫਾਈ ਕਰਨ ਵਾਸਤੇ, ਸ਼ੋਧਨ ਚਿਕਿਤਸਾ ਕਰਨ ਵਾਸਤੇ ਪੰਚਕਰਮ, ਮਤਲਬ ਕਿ ਉਹ ਪੰਜ ਕਰਮ, ਬਮਨ ਵੋਮਿਟਿੰਗ, ਜੋ ਸਾਡੇ ਆਯੁਰਵੇਦ ਵਿੱਚ ਕਹਿੰਦੇ ਨੇ ਜੋ ਅਪਰ ਲੈਵਲ ਦੀਆਂ ਜਿੰਨੀ ਵੀ ਟੌਕਸਿਕ ਨੇ, ਚਾਹੇ ਉਹ ਲੰਗਸ ਨਾਲ ਰਿਲੇਟਡ ਨੇਗੇ, ਉਹ ਬਮਨ ਰਾਹੀਂ, ਬਰੇਚਨ ਮਤਲਬ ਕਿ ਬਸਤੀ ਦੇ ਕੇ, ਸ਼ੇਰੋਧਾਰਾ, ਨਸਿਅਮ, ਇਹ ਦੇਖੋ ਜੇ ਦੇਖਿਆ ਜਾਵੇ ਨਾ ਪਹਿਲਾਂ ਇਹ ਬੜੀਆਂ ਇੰਪੋਰਟੈਂਟ ਹੁੰਦੀਆਂ ਸੀ। ਜੇ ਪਹਿਲਾਂ ਕਿਸੇ ਨੂੰ ਜ਼ੁਕਾਮ ਹੁੰਦਾ ਸੀ ਨਾ ਤਾਂ ਘਰਾਂ ਵਿੱਚ ਜਿਹੜੀਆਂ ਲੇਡੀਜ਼ ਸੀਗੀਆਂ ਉਹ ਨਸਵਾਰ ਸੰਘਾ ਕੇ ਠੀਕ ਕਰ ਦਿੰਦੀਆਂ ਸੀ। ਅੱਜ ਅਸੀਂ ਤਰ੍ਹਾਂ ਤਰ੍ਹਾਂ ਦੇ ਐਂਟੀਬਾਇਓਟਿਕ ਜਿਹੜੇ ਕਿ ਸਾਨੂੰ ਪਤਾ ਹੀ ਨਹੀਂ ਗਏ ਵੀ ਉਹਨਾਂ ਵਿੱਚ ਕੀ ਪਾਇਆ ਹੋਏਗਾ, ਅਸੀਂ ਇੱਕਦਮ ਉਹਨਾਂ ਨੂੰ ਭੱਜ ਦਿਆਂਗੇ। ਇਹ ਪੰਚਕਰਮਾ ਉਹ ਵਿਧੀ ਹੈ ਜਿਹੜੀ ਕਿ ਬਾਡੀ ਨੂੰ ਡਿਟੌਕਸੀਫਾਈ ਕਰਦੀ ਹੈ। ਆਯੁਰਵੇਦ ਕਹਿੰਦਾ ਵੀ ਕੋਈ ਵੀ ਐਲੀਮੈਂਟ ਦਾ ਟ੍ਰੀਟਮੈਂਟ ਕਰਨਾ ਹੈ ਪਹਿਲਾਂ ਬਾਡੀ ਦਾ ਸ਼ੋਧਨ ਹੋਣਾ ਜ਼ਰੂਰੀ ਹੈ। ਤੇ ਇਹ ਪੰਚਕਰਮਾ ਜਿਹੜੀ ਹੈ, ਮੇਰੇ ਦੋਨੋਂ ਬੱਚੇ, ਬੇਟਾ ਬੇਟੀ ਦੋਨੋਂ ਅੱਜ ਆਏ ਵੀ ਹੋਏ ਨੇਗੇ, ਦੋਨੋਂ ਪੰਚਕਰਮਾ ਵਿੱਚ ਪੋਸਟ ਗ੍ਰੈਜੂਏਟ ਨੇਗੇ। ਬਹੁਤ ਰੇਅਰ ਸਬਜੈਕਟ ਆ ਸਾਡਾ, ਇਹ ਬੜਾ ਮੁਸ਼ਕਿਲ ਸਬਜੈਕਟ ਹੈਗਾ। ਤਾਂ ਇਸ ਕਰਕੇ ਸਾਡੀ 4th ਜਨਰੇਸ਼ਨ ਜਿਹੜੀ ਹੈ ਅਸੀਂ ਨਾਲ ਪੰਚਕਰਮਾ ਟ੍ਰੀਟਮੈਂਟ ਵੀ ਕਰਦੇ ਹਾਂ। ਚੀਮਾ ਸਾਹਿਬ, ਮੈਂ ਮਾਫੀ ਚਾਹੁੰਦਾ, ਤੁਹਾਡਾ ਹਲੇ ਸਵਾਲ ਜਵਾਬ ਦਾ ਸਿਲਸਿਲਾ ਸ਼ੁਰੂ ਨਹੀਂ ਹੋਇਆ। ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਸੀ? ਮੈਨੂੰ ਇਹ ਕਿ ਲੜੀ ਨਾ ਟੁੱਟੇ, ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਸੀ, ਉਸ ਨਾਲ ਗੱਲ ਕਰ ਲਓ, ਫਿਰ ਮੈਂ ਤੁਹਾਡੇ ਨਾਲ ਗੱਲ ਕਰਾਂ। ਦੋ ਵਿੱਚੋਂ ਸਪਲੀਮੈਂਟ ਮੈਂ ਐਡ ਕਰਨਾ ਚਾਹੁੰਦਾ। ਇੱਕ, ਜਿਸ ਤਰ੍ਹਾਂ ਵੈਦ ਸਾਹਿਬ ਨੇ ਕਿਹਾ ਕਿ ਸ਼ਾਇਦ ਆਯੁਰਵੈਦਿਕ ਹੀ ਇਕੱਲੀ ਹੈ ਜਿਹੜੀ ਠੀਕ ਕਰ ਸਕਦੀ ਹੈ। ਮੈਂ ਇਸ ਡਿਸਕਸ਼ਨ 'ਚ ਪੈਣ ਦੀ ਥਾਂ ਤੇ ਇਹ ਕਹਾਂਗਾ ਕਿ ਹੁਣ ਜਿਹੜਾ ਸਮਾਂ ਨਾ ਉਹ ਇੰਟੀਗ੍ਰੇਟਿਵ ਅਪਰੋਚ ਦਾ ਹੈ। ਕਈ ਚੀਜ਼ਾਂ 'ਚ ਹੋਮਿਓਪੈਥੀ ਐਕਸੀਲੈਂਟ ਹੈ, ਕਈ ਚੀਜ਼ਾਂ 'ਚ ਆਯੁਰਵੈਦਿਕ ਐਕਸੀਲੈਂਟ ਹੈ, ਔਰ ਅਸੀਂ ਦੇਖਦੇ ਹਾਂ ਕਈ ਚੀਜ਼ਾਂ 'ਚ ਐਲੋਪੈਥੀ ਦਾ ਅਪਰ ਹੈਂਡ ਹੈ ਸਾਡੇ ਨਾਲੋਂ। ਤਾਂ ਅੱਜ ਦਾ ਜ਼ਮਾਨਾ ਜਿਹੜਾ ਉਹ ਇੰਟੀਗ੍ਰੇਸ਼ਨ ਦਾ ਹੈ, ਨਾ ਕਿ ਇਸ ਝਗੜੇ ਦਾ ਕਿ ਮੈਂ ਬਿਹਤਰ ਹਾਂ ਮੈਂ ਬਿਹਤਰ ਹਾਂ। ਆਪਣੇ ਆਪ ਨੂੰ ਤਾਂ ਸਾਰੇ ਹੀ ਵਧੀਆ ਕਹਿਣਗੇ। ਸੋ ਬੈਟਰ ਇਹ ਹੈ ਕਿ ਆਪਾਂ ਰਲ ਕੇ ਚੱਲੀਏ ਔਰ ਸਿਹਤ ਦੇ ਵਾਸਤੇ ਕੁਝ ਅੱਛਾ ਕਰੀਏ। ਦੇ ਨਾਲ ਆਪਾਂ ਇਸ ਚੀਜ਼ ਜੇ ਮੈਂ ਕਿਸੇ ਚੀਜ਼ 'ਚ ਐਕਸੀਲੈਂਟ ਹਾਂ ਤਾਂ ਮੈਂ ਆਪਣੀਆਂ ਸਰਵਿਸਿਜ਼ ਉਹਦੇ 'ਚ ਆਫਰ ਕਰਾਂ, ਤੇ ਜੇ ਮੈਨੂੰ ਲੱਗਦਾ ਕਿ ਪੰਚਕਰਮਾ ਮੇਰੇ ਪੇਸ਼ੈਂਟ ਨੂੰ ਹੈਲਪ ਕਰ ਸਕਦਾ ਤੇ ਮੈਂ ਉਹਨੂੰ ਉੱਥੇ ਰੈਫਰ ਕਰਾਂ। ਤੋ ਇਹ ਇੱਕ ਇੰਪੋਰਟੈਂਟ ਚੀਜ਼ ਹੈ। ਤੇ ਦੂਸਰੀ ਗੱਲ ਤੁਸੀਂ ਸਰਕਾਰਾਂ ਦੀ ਔਰ ਥੈਰੇਪਿਟਿਕ ਲੌਬੀ ਦੀ ਕੀਤੀ ਸੀ, ਇਹ 'ਚ ਕੋਈ ਸ਼ੱਕ ਨਹੀਂ ਕਿ ਥੈਰੇਪਿਟਿਕ ਲੌਬੀ ਰੂਲ ਕਰ ਰਹੀ ਹੈ ਅੱਜ ਦੀ ਡੇਟ 'ਚ ਵਰਲਡ ਨੂੰ। ਪਰ ਹੋਮਿਓਪੈਥੀ ਉਹਦਾ ਬਹੁਤ ਵਧੀਆ ਆਨਸਰ ਹੈ। ਹਰ ਇੱਕ ਨੂੰ ਪਤਾ ਹੈ ਕਿ ਹੋਮਿਓਪੈਥੀ ਚੀਪੈਸਟ ਹੈ, ਈਜ਼ੀ ਟੂ ਅਪਰੋਚ ਹੈ। ਜਿੱਥੇ ਵੀ ਹੋਮਿਓਪੈਥਿਕ ਡਾਕਟਰ ਬੈਠੇ ਨੇ ਉਹਨਾਂ ਦੀ ਬਹੁਤ ਅੱਛੀ OPDs ਨੇ। ਔਰ ਸਰਕਾਰ ਨੂੰ ਮੈਂ ਕਹਾਂਗਾ, ਮੰਤਰੀ ਸਾਹਿਬ ਬੈਠੇ ਨੇ, ਕਿ ਜਿੱਦਾਂ ਹੁਣ ਤੁਸੀਂ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਬਣਾ ਰਹੇ ਹੋ, ਉਹਦੇ 'ਚ ਅਗਰ ਤੁਸੀਂ ਹੋਮਿਓਪੈਥੀ ਨੂੰ ਐਡ ਕਰਦੇ ਹੋ, ਸਭ ਤੋਂ ਘੱਟ ਖਰਚੇ ਤੇ, ਦਵਾਈਆਂ ਦਾ ਖਰਚਾ ਘੱਟ ਔਰ ਇਫੈਕਟਿਵ ਡਾਕਟਰ, ਇੰਨੇ ਡਾਕਟਰ ਆਪਣੇ ਕੋਲ ਹੋਮਿਓਪੈਥੀ 'ਚ ਪੰਜਾਬ 'ਚ ਅਵੇਲੇਬਲ ਨੇ ਕਿ ਤੁਹਾਡਾ ਬਾਕੀਆਂ ਦੇ ਕੰਪੈਰੀਟਿਵਲੀ ਅੱਧੇ ਖਰਚੇ 'ਚ ਤੁਸੀਂ ਪਬਲਿਕ ਨੂੰ ਬਹੁਤ ਕੁਆਲਿਟੀ ਸਰਵਿਸਿਜ਼ ਦੇ ਸਕਦੇ ਹੋ। ਔਰ ਮੈਂ ਆਪਣੀਆਂ ਸਰਵਿਸਿਜ਼ ਉਹਦੇ ਲਈ ਤੁਹਾਡੇ ਕੋਲ ਹਾਜ਼ਰ ਕਰਦਾ। ਜੀ ਚੀਮਾ ਸਾਹਿਬ, ਹਰ ਤਰ੍ਹਾਂ ਦੀ ਲੋੜ ਜ਼ਿੰਦਗੀ ਦੇ ਵਿੱਚ ਬੰਦਾ ਚਾਹੁੰਦਾ ਕਿ ਮੇਰੇ ਦਾਇਰੇ ਦੇ ਵਿੱਚ ਆਏ। ਇੱਕ ਤਾਂ ਸਵਾਲ ਇਹ ਹੈ ਕਿ ਤੁਸੀਂ ਇਸ ਖੇਤਰ ਦੇ ਵਿੱਚ ਲੋਕਾਂ ਨੂੰ ਕੀ ਸੇਵਾਵਾਂ ਦੇ ਰਹੇ ਹੋ ਤੇ ਕਿਵੇਂ ਦੇ ਰਹੇ ਹੋ? ਕਿਉਂਕਿ ਅਕਸਰ ਬਹੁਤ ਸਾਰੇ ਜਿਹੜੇ ਪ੍ਰੋਡਕਟਸ ਬਣਦੇ ਆ ਉਹ ਬੜੇ ਹਾਰਮਫੁਲ ਹੁੰਦੇ ਆ, ਖਾਸ ਕਰਕੇ ਜਿਵੇਂ ਅੱਖਾਂ ਦੇ ਲਈ, ਸਕਿਨ ਦੇ ਲਈ ਇੱਦਾਂ ਦੇ ਪ੍ਰੋਡਕਟਸ ਆਉਂਦੇ ਆ। ਜਿਵੇਂ ਕਹਾਵਤ ਹੈ ਕਿ ਜਾਨ ਹੈ ਤੇ ਜਹਾਨ ਹੈ, ਕਹਿੰਦੇ ਆ ਕਿ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਤਾਂ ਸਵਾਦ ਗਿਆ। ਮੈਂ ਉਵੇਂ ਤਾਂ ਕਰਕੇ ਪੁੱਛਣਾ ਚਾਹੁੰਦਾ ਕਿ ਤੁਸੀਂ ਹਰਬਲ ਪ੍ਰੋਡਕਟਸ ਬਣਾਉਂਦੇ ਹੋ, ਤੁਹਾਡੇ ਪ੍ਰੋਡਕਟ ਕਿੰਨੇ ਕੁ ਕਾਰਗਰ ਨੇ ਔਰ ਕਿਵੇਂ ਜਿਹੜੇ ਆ ਉਹ ਇਹਨਾਂ ਬਾਕੀਆਂ ਤੋਂ ਜਿਹੜੇ ਕਿ ਜਿਨ੍ਹਾਂ ਦੇ ਸਾਈਡ ਇਫੈਕਟ ਆ ਉਹਨਾਂ ਤੋਂ ਵੱਖਰੇ ਆ? ਜੀ, ਸਭ ਤੋਂ ਪਹਿਲਾਂ ਤਾਂ ਧੰਨਵਾਦ ਤੁਹਾਡਾ ਪੂਰੀ ਜੀ ਟੀਮ ਦਾ, ਜਿਹੜਾ ਅੱਜ ਆਪਾਂ ਇੱਥੇ ਬੈਠ ਕੇ ਇੱਥੇ ਗੱਲ ਕਰ ਰਹੇ ਸਿਹਤ ਦੇ ਉੱਪਰ। ਔਰ ਜਿਹੜੀ ਆਪਾਂ ਗੱਲ ਕਰ ਰਹੇ ਕਿ ਪ੍ਰੋਡਕਟ ਹਾਰਮਫੁਲ ਜਾਂ ਸਾਡਾ ਕੀ ਯੋਗਦਾਨ ਹੈ ਆਯੁਰਵੇਦ ਦੇ ਵਿੱਚ, ਮੈਂ ਕਹੂੰਗਾ ਕਿ ਸਾਡਾ ਯੋਗਦਾਨ ਨਹੀਂ ਹੈ, ਇਹ ਤਾਂ ਪਹਿਲਾਂ ਦੇ ਗ੍ਰੰਥ ਲਿਖੇ ਹੋਏ ਆ, ਉਹਦੇ ਵਿੱਚ ਫਾਰਮੂਲੇਸ਼ਨਸ ਹੈਗੀਆਂ ਕਿ ਆਹ ਚੀਜ਼ਾਂ ਸਾਡੀ ਸਿਹਤ ਲਈ ਅੱਛੀਆਂ। ਸਾਡੀ ਰਿਸਪੌਂਸਿਬਿਲਟੀ ਸਿਰਫ ਇੰਨੀ ਹੈ ਕਿ ਅਸੀਂ ਜੋ ਉਹਦੇ 'ਚ ਮਾਤਰਾ ਦੱਸੀਗੀ, ਜੋ ਉਹਦੇ 'ਚ ਓਰੀਜਨੈਲਿਟੀ ਹੋਣੀ ਚਾਹੀਦੀ ਹੈ, ਉਹ ਅਸੀਂ ਇਮਾਨਦਾਰੀ ਨਾਲ ਪਾਈਏ। ਜਦੋਂ ਕੋਈ ਵੀ ਪੱਧਤੀ ਰਾਈਜ਼ ਕਰਦੀ ਹੈ, ਜੇ ਆਪਾਂ ਕਹੀਏ ਕਿ ਆਯੁਰਵੇਦ ਨੂੰ ਹੁਣ ਲੋਕ ਅਪਣਾ ਰਹੇ ਆ, ਉਹਨੂੰ ਪਸੰਦ ਕਰ ਰਹੇ ਆ, ਤਾਂ ਦੂਸਰੇ ਪਾਸੇ ਉਹਨਾਂ ਵੱਡਾ ਡਰ ਵੀ ਹੈ ਕਿ ਜਦੋਂ ਕਿਤੇ ਵੀ ਵਪਾਰ ਆਉਂਦਾ ਤੇ ਬਹੁਤ ਸਾਰੇ ਲੋਕ ਉਹਦੇ 'ਚ ਸ਼ਾਮਲ ਹੁੰਦੇ ਆ ਪੈਸਾ ਕਮਾਉਣ ਦੀ ਖਾਤਰ, ਤਾਂ ਫਿਰ ਉਹਦੇ 'ਤੇ ਕੁਆਲਿਟੀ ਕੰਪਰੋਮਾਈਜ਼ ਕਰਦੇ ਆ। ਕਈ ਚੀਜ਼ਾਂ ਨੂੰ ਬੈਲੈਂਸ ਕਰਨ ਦੇ ਚੱਕਰ ਦੇ ਵਿੱਚ, ਸਸਤਾ ਵੇਚਣ ਦੇ ਚੱਕਰ ਦੇ ਵਿੱਚ, ਜਾਂ ਜ਼ਿਆਦਾ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਜਦੋਂ ਪੱਧਤੀ ਨਾਲ ਛੇੜਛਾੜ ਹੁੰਦੀ ਹੈ ਫਿਰ ਉਹ ਬਦਨਾਮ ਹੁੰਦੀ ਹੈ। ਤਾਂ ਸਾਨੂੰ ਉਹ ਇੱਕ, ਮੈਂ ਕਹੂੰਗਾ ਕਿ ਆਯੁਰਵੇਦ ਦੇ ਵਿੱਚ ਜੇ ਅਸੀਂ ਐਜ਼ ਏ ਮੈਨੂਫੈਕਚਰਰ ਅਸੀਂ ਇਹਦੇ ਨਾਲ ਨਿਆਂ ਕਰੀਏ ਕਿ ਮੈਂ ਜਿਸ ਟਾਹਣੀ 'ਤੇ ਬੈਠਾ ਮੈਂ ਉਹਨੂੰ ਵੱਢਾ ਨਾ,
ਬਲਕਿ ਮੈਂ ਉਹਨੂੰ ਪੂਰਾ ਪਾਣੀ ਦੇਵਾਂ ਤੇ ਲੋਕਾਂ ਨੂੰ ਉਹਦੀ ਸਹੀ ਸਰਵਿਸ ਦੇਵਾਂ। ਐਜ਼ ਏ ਮੈਨੂਫੈਕਚਰਰ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ। ਬਿਲਕੁਲ। ਪੁਖਰਾਜ ਪਿਓਰ ਹਰਬਲ, ਜਦੋਂ ਪਿਓਰ ਸ਼ਬਦ ਵਿੱਚ ਆ ਜਾਏ ਤਾਂ ਕੋਈ ਯਕੀਨ ਕਰਨ ਦੇ ਲਈ ਬਾਧਿਤ ਹੋ ਜਾਂਦਾ ਹੈ, ਪਰ ਫਿਰ ਉਹ ਵੀ ਕਿਹਾ ਜਾਂਦਾ ਹੈ, ਕਈ ਵਾਰ ਇੱਕ ਇਹ ਵੀ ਕਹਾਵਤ ਹੈ ਕਿ ਦੰਦ ਕਈ ਵਾਰ ਦਿਖਾਉਣ ਦੇ ਹੋਰ ਹੁੰਦੇ ਨੇ, ਹੁੰਦੇ ਹੋਰ ਨੇ, ਖਾਣ ਦੇ ਹੋਰ ਹੁੰਦੇ ਨੇ। ਸੋ ਇਸ ਚੀਜ਼ ਨੂੰ ਕਿਸ ਤਰ੍ਹਾਂ ਅਸ਼ੋਰ ਕਰੇ, ਬਿਕਾਜ਼ ਬੀਇੰਗ ਅ ਗਰਲ, ਜਦੋਂ ਸਕਿਨ ਪ੍ਰੋਡਕਟਸ ਦੀ ਗੱਲ ਆਉਂਦੀ ਹੈ, ਪਿਓਰ ਦੀ ਗੱਲ ਆਉਂਦੀ ਹੈ, ਤਾਂ ਕੁੜੀਆਂ ਬਹੁਤ ਜ਼ਿਆਦਾ ਸੈਂਸਿਟਿਵ ਵੀ ਹੁੰਦੀਆਂ ਨੇ, ਬਹੁਤ ਜ਼ਿਆਦਾ ਕੰਸਰਨਡ ਵੀ ਹੁੰਦੀਆਂ ਨੇ, ਪਰ ਕਈ ਵਾਰ ਅਸੀਂ ਜਲਦਬਾਜ਼ੀ ਦੇ ਵਿੱਚ ਜਾਂ ਸਿਰਫ ਇੱਕ ਟਾਈਟਲ ਦੇ ਕੇ, ਇੱਕ ਨਾਮ ਦੇ ਕੇ ਉਹ ਬੇਵਕੂਫੀ ਵੀ ਕਰ ਬੈਠਦੇ ਹਾਂ। ਉੱਥੇ ਇਨਸ਼ੋਰਿਟੀ ਦੀ ਕਿੱਥੇ ਜ਼ਰੂਰਤ, ਉੱਥੇ ਅਵੇਅਰਨੈਸ ਦੀ ਕਿੱਥੇ ਜ਼ਰੂਰਤ? ਅਮਰਤਾ ਦਾ ਕਹਿਣ ਤੋਂ ਭਾਵ ਇਹ ਵੀ ਹੈ, ਮੈਂ ਗੱਲ ਐਡ ਆਨ ਕਰ ਦਿੰਦਾ ਵੀ ਅੱਜ ਕੱਲ ਜਿਹੜੀ ਸਭ ਤੋਂ ਵੱਡੀ ਠੱਗੀ ਲੋਕਾਂ ਨਾਲ ਹੋ ਰਹੀ ਹੈ ਨਾ, ਉਹ ਆਰਗੈਨਿਕ ਦੇ ਨਾਮ ਤੇ ਪਿਓਰਿਟੀ ਦੇ ਨਾਮ ਤੇ ਹੋ ਰਹੀ ਹੈ, ਵੀ ਸਾਡਾ ਆਰਗੈਨਿਕ ਹੈ, ਸਾਡਾ ਪਿਓਰ ਹੈ। ਜੀ ਬਿਲਕੁਲ, ਇਸੇ ਗੱਲ ਨੂੰ ਮੈਂ ਥੋੜਾ ਹੋਰ ਅੱਗੇ ਤੋਰਦਾ, ਜਿਹੜੀ ਪਿਛਲੀ ਗੱਲ ਹੀ ਕਰ ਰਹੇ ਸੀ ਕਿ ਬਹੁਤ ਪਪੂਲਰ ਹੋਇਆ ਇਨਗਰੀਡੀਐਂਟ ਐਲੋਵੇਰਾ। ਜੀ ਇੰਨਾ ਪਪੂਲਰ ਹੋਇਆ ਕਿ ਬੱਚਿਆਂ ਦੇ ਨੈਪੀ ਪੈਡ ਦੇ ਵਿੱਚ ਵੀ ਉਹ ਕਹਿੰਦੇ ਇਹਦੇ 'ਚ ਵੀ ਅਸੀਂ ਐਲੋਵੇਰਾ ਪਾਇਆ, ਤਾਂ ਉਸ ਨਾਂ ਨੂੰ ਭੁਨਾਇਆ ਗਿਆ। ਮੈਂ 2016 ਦੀ ਗੱਲ ਹੈ, ਦਿੱਲੀ ਟ੍ਰੇਡ ਫੇਅਰ ਪ੍ਰਗਤੀ ਮੈਦਾਨ ਦੇ ਵਿੱਚ ਮੈਂ ਗਿਆ, ਤਾਂ ਉੱਥੇ ਸਟਾਲ ਸੀਗਾ, ਉਹਨਾਂ ਨੇ ਬਹੁਤ ਸੋਹਣੀ ਪੈਕਿੰਗ ਬਣਾਈ ਹੋਈ, ਉਹਦੇ ਉੱਤੇ ਲਿਖਿਆ ਐਲੋਵੇਰਾ ਕਰੀਮ। ਤਾਂ ਐਜ਼ ਏ ਮੈਨੂਫੈਕਚਰਰ ਮੈਨੂੰ ਆਦਤ ਸੀ, ਮੈਂ ਉਹਨੂੰ ਪਿੱਛੇ ਪੜ੍ਹਿਆ, ਜਦੋਂ ਉਹਦੀ ਫਾਰਮੂਲੇਸ਼ਨ ਪੜ੍ਹੀ ਉਹਦੇ ਵਿੱਚ ਐਲੋਵੇਰਾ ਕਿਤੇ ਵੀ ਨਹੀਂ ਸੀ। ਤਾਂ ਮੈਨੂੰ ਸਵਾਲ ਕੀਤਾ ਕਿ ਇਹਦੇ ਵਿੱਚ ਐਲੋਵੇਰਾ ਤਾਂ ਹੈ ਹੀ ਨਹੀਂ ਹੈ। ਕਹਿੰਦੇ ਅਸੀਂ ਕਲੇਮ ਵੀ ਨਹੀਂ ਕੀਤਾ ਇਹਦੇ ਵਿੱਚ ਐਲੋਵੇਰਾ, ਅਸੀਂ ਇਹਦਾ ਨਾਮ ਰੱਖਿਆ ਐਲੋਵੇਰਾ ਕਰੀਮ। ਤਾਂ ਜਦੋਂ ਹੁਣ ਸਪੋਜ਼ ਤੁਸੀਂ ਬਹੁਤ ਸੁਣਿਆ ਕਿ ਐਲੋਵੇਰਾ ਬਹੁਤ ਅੱਛਾ ਹੈ, ਸਕਿਨ ਲਈ ਬੜਾ ਅੱਛਾ ਹੈ, ਔਰ ਤੁਸੀਂ ਉਹ ਕਰੀਮ ਲੈ ਲਈ, ਤੁਹਾਨੂੰ ਉਹਦਾ ਫਾਇਦਾ ਨਹੀਂ ਹੋਇਆ ਜਾਂ ਉਲਟਾ ਨੁਕਸਾਨ ਹੋ ਗਿਆ, ਤਾਂ ਤੁਹਾਡੇ ਦਿਮਾਗ ਦੇ ਵਿੱਚ ਐਲੋਵੇਰਾ ਬਦਨਾਮ ਹੋ ਗਿਆ। ਤਾਂ ਇਹ ਹਮੇਸ਼ਾ ਅਸੀਂ ਇਹੀ ਰਿਕੁਐਸਟ ਕਰਦੇ ਹਾਂ ਕਿ ਇਸ ਪੱਧਤੀ ਦਾ ਜੋ ਇੱਕ ਸਨਮਾਨ ਹੈਗਾ ਉਹਨੂੰ ਆਪਾਂ ਬਰਕਰਾਰ ਰੱਖੀਏ, ਉਹਦੇ 'ਚ ਇਸ ਤਰ੍ਹਾਂ ਦੀ ਅਲਟਰੇਸ਼ਨ ਜਿਹੜੀ ਹੈਗੀ ਆ ਉਹ ਨਹੀਂ ਕਰਨੀ ਚਾਹੀਦੀ। ਪਿਓਰਿਟੀ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ। ਔਰ ਆਮ ਲੋਕਾਂ ਵਾਸਤੇ ਇਹੀ ਮੈਸੇਜ ਆ ਕਿ ਤੁਸੀਂ ਕੋਈ ਵੀ ਪ੍ਰੋਡਕਟ ਖਰੀਦੋ, ਥੋੜ੍ਹੀ ਆਦਤ ਪਾਓ ਉਹਦੇ ਇਨਗਰੀਡੀਐਂਟਸ ਪੜ੍ਹਨ ਦੀ, ਪਰਸੈਂਟੇਜ ਪੜ੍ਹਨ ਦੀ, ਕਿਉਂਕਿ ਕੋਈ ਚੀਜ਼ ਹਾਈਲਾਈਟ ਹੁੰਦੀ ਹੈ, ਜਿੱਦਾਂ ਕੋਈ ਕਹਿੰਦਾ ਕਿ ਆਲਮੰਡ ਆਇਲ ਹੈ, ਹੁਣ ਆਲਮੰਡ ਆਇਲ ਦੇ ਵਿੱਚ ਉਹਦੇ 'ਚ ਆਲਮੰਡ ਹੈ ਵੀ ਹੈ ਕਿ ਨਹੀਂ ਹੈ, ਇਹ ਚੀਜ਼ਾਂ ਸਾਨੂੰ ਦੇਖਣ ਦੀ ਲੋੜ ਆ, ਤਾਂ ਫਿਰ ਉਹਦਾ ਅਸੀਂ ਅੱਛਾ ਜਿਹੜਾ ਫਾਇਦਾ ਲੈ ਸਕਦੇ ਹਾਂ। ਜੀ ਡਾਕਟਰ ਮੁਕਤਿੰਦਰ ਜੀ ਕਲੇਮ ਕਰਦੇ ਨੇ ਕਿ ਅਸੀਂ ਵਰਲਡ ਕਲਾਸ ਫੈਸਿਲਿਟੀ ਪ੍ਰੋਵਾਈਡਰ ਹਾਂ ਨਾਰਥ ਇੰਡੀਆ ਦੇ ਵਿੱਚ। ਨਾਰਥ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਹੋਮੋਪੈਥੀ ਦੇ ਵਿੱਚ, ਇੱਕ ਤਾਂ ਅਵੇਅਰਨੈਸ ਦੀ ਜ਼ਰੂਰਤ ਹੈ, ਤੇ ਹੋਰ ਸਰਕਾਰਾਂ ਤੋਂ ਕੀ ਤਵੱਕੋ ਹੈ ਇਸ ਪੂਰੇ ਖਿੱਤੇ ਦੇ ਵਿੱਚ, ਕਿਉਂਕਿ ਤੁਸੀਂ ਆਪਣੇ ਆਪ ਨੂੰ ਕਹਿੰਦੇ ਅਸੀਂ ਵਰਲਡ ਕਲਾਸ ਫੈਸਿਲਿਟੀਜ਼ ਦੇ ਰਹੇ ਹਾਂ, ਉਸ ਚੀਜ਼ ਦੀ ਪ੍ਰਮੋਸ਼ਨ ਦੀ ਕਿਸ ਤਰ੍ਹਾਂ ਜ਼ਰੂਰਤ ਹੈ, ਸਰਕਾਰਾਂ ਤੋਂ ਉਸ ਲਈ ਕੀ ਹੈਲਪ ਚਾਹੀਦੀ, ਕਿਉਂਕਿ ਇਹ ਚੀਜ਼ ਵਧਣੀ ਫੁੱਲਣੀ ਚਾਹੀਦੀ ਹੈ ਨਾ, ਜਿੱਥੇ ਸਾਈਡ ਇਫੈਕਟਸ ਨਹੀਂ ਹਨ ਤੇ ਫਾਇਦੇ ਜ਼ਿਆਦਾ ਨੇ, ਉੱਥੇ ਵੱਧਦਾ ਫੁੱਲਾ ਵੀ ਉਨਾ ਹੀ ਹੋਣਾ ਚਾਹੀਦਾ। ਮੈਨੂੰ ਯਾਦ ਹੈ ਜਦੋਂ 30 ਸਾਲ ਪਹਿਲਾਂ ਮੈਂ ਹੋਮਿਓਪੈਥੀ 'ਚ ਐਂਟਰ ਕੀਤਾ, ਤੇ ਉਦੋਂ ਨਾ ਹੋਮਿਓਪੈਥੀ ਸਿਰਫ ਇੱਕ ਚੈਰੀਟੇਬਲ ਡਿਸਪੈਂਸਰੀਆਂ 'ਚ ਹੀ ਚੱਲਦੀ ਹੁੰਦੀ ਸੀ। ਜ਼ਿਆਦਾਤਰ ਬੈਂਕ ਮੈਨੇਜਰ ਜਿਹੜੇ ਰਿਟਾਇਰ ਹੁੰਦੇ ਸੀ ਜਾਂ ਟੀਚਰ ਰਿਟਾਇਰ ਹੋਣੇ, ਉਹਨਾਂ ਨੇ ਹੋਮਿਓਪੈਥੀ ਕਰਨੀ। ਕੁਆਲੀਫਾਈਡ ਹੋਮਿਓਪੈਥ ਦੀ ਗਿਣਤੀ ਘੱਟ ਸੀ, ਤੇ ਹੋਮਿਓਪੈਥੀ ਨੂੰ 2 ਰੁਪਏ ਜਾਂ 4 ਰੁਪਏ ਵਾਲੀ ਸਾਇੰਸ ਸਮਝਿਆ ਜਾਂਦਾ ਸੀ। ਅਸੀਂ ਜਦੋਂ ਇਸ ਫੀਲਡ 'ਚ ਆਏ ਹਾਂ, ਅਸੀਂ ਸਭ ਤੋਂ ਪਹਿਲੀ ਗੱਲ, ਪੇਸ਼ੈਂਟ ਦੀਆਂ 3 ਜ਼ਰੂਰਤਾਂ ਹੁੰਦੀਆਂ। ਨੰਬਰ 1, ਉਹ ਡਾਕਟਰ ਕੋਲ ਜਾਵੇ, ਉਹਨੂੰ ਸੁਣਿਆ ਜਾਵੇ, ਉਹ ਆਪਾਂ ਗੱਲ ਪਹਿਲਾਂ ਕੀਤੀ। ਦੂਸਰਾ, ਉਹਨੂੰ ਇੱਕ ਫੈਸਿਲਿਟੀਜ਼ ਮਿਲਣ। ਆਪਾਂ ਦੇਖਦੇ ਹਾਂ ਬਹੁਤੇ ਸਰਕਾਰੀ ਜਾਂ ਗੈਰ ਸਰਕਾਰੀ, ਉੱਥੇ ਮਰੀਜ਼ ਦੀ ਰੁੱਲ ਬੜੀ ਹੁੰਦੀ ਹੈ, ਉਹਦੇ ਕੋਲ ਨਾ ਬੈਠਣ ਦੀ ਚੱਜ ਦੀ ਜਗ੍ਹਾ ਹੈ, ਉੱਥੋਂ ਦਾ ਸਟਾਫ ਬੜਾ ਰੂਡ ਹੁੰਦਾ ਹੈ, ਉਹਨੂੰ ਇੱਦਾਂ ਲੱਗਦਾ ਕਿ ਮੈਂ ਇੱਕ ਤਾਂ ਪਹਿਲਾਂ ਦੁਖੀ ਹਾਂ, ਉੱਤੋਂ ਡਾਕਟਰ ਕੋਲ ਆ ਕੇ ਕਿੱਥੇ ਫਸ ਗਿਆ। ਤਾਂ ਅਸੀਂ ਆਪਣੇ ਆਰਗੇਨਾਈਜੇਸ਼ਨ 'ਚ ਇਹ ਕੀਤਾ ਕਿ ਪੇਸ਼ੈਂਟ ਦੇ ਟਾਈਮ ਦੀ ਰਿਸਪੈਕਟ ਕੀਤੀ ਜਾਵੇ, ਇੱਕ ਤਾਂ ਸ਼ਡਿਊਲਿੰਗ ਪ੍ਰੋਪਰ ਕੀਤੀ ਜਾਵੇ, ਦੂਸਰਾ ਡਾਕਟਰ ਅਸਾਈਨ ਕੀਤਾ ਹੈ, ਤੀਸਰਾ ਅਸੀਂ ਫੈਸਿਲਿਟੀ ਦਿੱਤੀ ਹੈ ਜਿਹੜੀ ਬਹੁਤ ਘੱਟ ਡਾਕਟਰਸ ਦਿੰਦੇ ਨੇ, ਕਿ ਅਸੀਂ ਫੋਲੋ ਅਪ ਕਾਲਿੰਗ ਕਰਦੇ ਹਾਂ ਪੇਸ਼ੈਂਟ ਨੂੰ। ਮੰਨ ਲਓ ਮੇਰੇ ਕੋਲ ਇੱਕ ਪੇਸ਼ੈਂਟ ਆਇਆ, ਮੈਂ ਉਹਨੂੰ ਕਾਲ ਕਰਾਂਗਾ ਕਿ ਤੁਹਾਡਾ ਹੁਣ ਕੀ ਹਾਲ ਹੈ, ਮੇਰਾ ਸਟਾਫ ਡਾਕਟਰ ਕਾਲ ਕਰੇਗਾ ਉਹਨੂੰ ਆਪਣੇ ਫੋਲੋ ਅਪ ਦਾ ਰਿਮਾਈਂਡਰ, ਕਿਉਂਕਿ ਸਾਡੇ ਇੰਡੀਆ 'ਚ ਕੀ ਥੋੜ੍ਹਾ ਜਿਹਾ ਇੰਪਰੂਵ ਆਇਆ, ਤੇ ਡਾਕਟਰ ਪੇਸ਼ੈਂਟ ਕਹਿੰਦਾ ਹੁਣ ਮੈਨੂੰ ਦਵਾਈ ਦੀ ਲੋੜ ਹੀ ਨਹੀਂ, ਦਵਾਈ ਮਿਸ ਕਰਨੀ ਸ਼ੁਰੂ ਕਰ ਦਿੰਦਾ, ਉਹ ਕੋਰਸ ਨੂੰ ਪੂਰਾ ਨਹੀਂ ਕਰਦਾ। ਅਸੀਂ ਇਸ ਤਰ੍ਹਾਂ ਦੀਆਂ ਕੁਝ ਫੈਸਿਲਿਟੀਜ਼, ਜਿੱਦਾਂ ਫੋਲੋ ਅਪ ਕਾਲਿੰਗ, ਉਸ ਤੋਂ ਬਾਅਦ ਉਹਨਾਂ ਨੂੰ ਹਮੇਸ਼ਾ ਪੇਸ਼ੈਂਟ ਦੇ ਨਾਲ ਜੁੜੇ ਰਹਿਣਾ। ਔਰ ਸਭ ਤੋਂ ਵੱਡੀ ਚੀਜ਼ ਸਾਡੀ ਇੱਕ ਫੈਸਿਲਿਟੀ ਹੈਗੀ ਹੈ ਕਿਡਜ਼ ਬੀਅਰ। ਅਸੀਂ ਬੱਚਿਆਂ ਦਾ ਇੱਕ ਰੂਮ ਬਣਾਇਆ ਹੋਇਆ ਹੈ। ਆਮ ਤੌਰ ਤੇ ਬੱਚੇ ਜਿਹੜੇ ਨੇ ਉਹਨਾਂ ਨੂੰ ਅੰਡਰਸਟੈਂਡ ਕਰਨਾ ਬੜਾ ਔਖਾ ਹੈ, ਕਿਉਂਕਿ ਮੈਨੂੰ ਯਾਦ ਹੈ ਮਦਰ ਆਏਗੀ ਬੱਚੇ ਕੀ ਕਿ ਇਹ ਬੱਚਾ ਇੱਦਾਂ ਦਾ ਹੈ, ਫਾਦਰ ਆਏਗਾ ਉਹ ਬੱਚੇ ਬਾਰੇ ਕੁਝ ਹੋਰ ਦੱਸੇਗਾ। ਅਸੀਂ ਆਪਣੇ ਕਲੀਨਿਕ 'ਚ ਇੱਕ ਵਰਲਡ ਕਲਾਸ ਏਰੀਆ ਬਣਾਇਆ ਜਿੱਥੇ ਅਸੀਂ ਬੱਚੇ ਨੂੰ ਛੱਡ ਦਿੰਦੇ ਹਾਂ, ਉਹ ਕਿਸ ਤਰ੍ਹਾਂ ਦੇ ਟੋਇਜ਼ ਨਾਲ ਖੇਲਦਾ ਹੈ, ਉਹਦੇ ਕੋਲ ਡਰਾਇੰਗ ਕਰਾਈ, ਉਹਦੀ ਡਰਾਇੰਗ 'ਚ ਉਹਦਾ ਸਬਕੌਂਸ਼ੀਅਸ ਰੀਡ ਕਰਨਾ, ਉੱਥੋਂ ਉਹਨੂੰ ਹੋਮਿਓਪੈਥੀਕਲੀ ਅੰਡਰਸਟੈਂਡ ਕਰਨਾ, ਔਰ ਉਹਦੀਆਂ ਲਾਇਲਾਜ ਬਿਮਾਰੀਆਂ ਜਿੱਦਾਂ ਅਸਥਮਾ ਹੈ, ਵੀਟ ਐਲਰਜੀ ਹੈ, ਜਾਂ ਉਹਦੀਆਂ ਇਹੋ ਜਿਹੀਆਂ ਚੀਜ਼ਾਂ, ਔਟਿਜ਼ਮ ਹੈ ਅੱਜ ਕੱਲ੍ਹ ਆ ਗਿਆ, ਉਹਦਾ ਕੋਈ ਇਲਾਜ ਨਹੀਂ ਹੈ, ਔਰ ਅਸੀਂ ਹੋਮਿਓਪੈਥੀ ਰਾਹੀਂ ਉਹਦਾ ਬਹੁਤ ਵਧੀਆ ਇਲਾਜ ਕਰਦੇ ਹਾਂ। ਤਾਂ ਸਰਕਾਰ ਨੂੰ ਮੇਰੀ ਅਪੀਲ ਹੈ
ਹੈ ਕਿ ਤੁਸੀਂ ਹੋਮਿਓਪੈਥੀ ਨਾਲ ਬਹੁਤੀ ਵਾਰੀ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਹੈ, ਕਿਉਂਕਿ ਹੋਮਿਓਪੈਥਸ ਦੀ ਜਿਹੜੀ ਲੌਬਿੰਗ ਇੰਨੀ ਸਟਰੋਂਗ ਨਹੀਂ ਹੈਗੀ। ਤਾਂ ਸਰਕਾਰਾਂ ਨੂੰ ਚਾਹੀਦਾ ਕਿ ਇਸ ਚੀਜ਼ ਵੱਲ ਧਿਆਨ ਦੇਣ, ਔਰ ਅਸੀਂ ਬਹੁਤ ਘੱਟ ਕੀਮਤ 'ਤੇ ਚੋਕ ਫੈਸਿਲਿਟੀ ਲੋਕਾਂ ਤੱਕ ਪਹੁੰਚਾ ਸਕਦੇ ਹਾਂ ਜਿਹੜੀਆਂ ਬਹੁਤ ਮਹਿੰਗੀਆਂ ਨੇ। ਅੱਛਾ, ਇੱਕ ਨਾ ਲੋਕ ਮਨਾਂ ਦੇ ਵਿੱਚ ਗੱਲ ਸੈੱਟ ਹੋਈ ਹੈ ਕਿ ਇਹ ਬਿਮਾਰੀ ਹੈ ਤਾਂ ਇਹਦਾ ਇਲਾਜ ਹੋਮੋਪੈਥਿਕ ਹੈ, ਇਹਦੇ ਵਿੱਚ ਐਲੋਪੈਥੀ ਹੈ, ਇਹ ਆਪਾਂ ਵੈਦ ਕੋਲੇ ਜਾਈਏ। ਹੋਮੋਪੈਥਿਕ ਅੱਜ ਦੇ ਸਮੇਂ ਦੇ ਵਿੱਚ, ਅੱਜ ਦੀ ਹੋਮੋਪੈਥਿਕ ਕਿਹੜੀ ਬਿਮਾਰੀ ਦਾ ਇਲਾਜ ਕਰਨ ਦੇ ਲਈ ਸਮਰੱਥ ਹੈ? ਜਿਸ ਤਰ੍ਹਾਂ ਹੁਣੇ ਪਹਿਲਾਂ ਵੀ ਗੱਲ ਹੋ ਰਹੀ ਸੀ ਕਿ ਜ਼ਿਆਦਾਤਰ ਜਿੱਦਾਂ ਸਾਈਕੈਟ੍ਰਿਕ ਡਿਸਆਰਡਰਸ ਨੇ, ਉਹਦੇ 'ਚ ਮਰੀਜ਼ ਨੂੰ ਬਹੁਤੀ ਵਾਰੀ ਓਪੀਏਟਸ ਜਾਂ ਡਰੱਗ ਟਾਈਪ ਸਬਸਟੈਂਸਿਸ 'ਤੇ ਪਾਇਆ ਜਾਂਦਾ ਹੈ। ਹੋਮਿਓਪੈਥੀ ਮਰੀਜ਼ ਨੂੰ ਸਮਝ ਕੇ, ਮੇਰੇ ਕੋਲ ਇਸ ਤਰ੍ਹਾਂ ਦੇ ਮਰੀਜ਼ ਹੈਗੇ ਨੇ ਜਿਹੜੇ 20-20 ਸਾਲ ਤੋਂ ਐਂਟੀ ਡਿਪਰੈਸੈਂਟਸ ਖਾ ਰਹੇ ਸੀ, ਪਰ ਹੁਣ ਉਹ ਕਿਸੇ ਵੀ ਡਿਪੈਂਡੈਂਸ ਤੋਂ ਬਿਨਾਂ ਵਧੀਆ ਜ਼ਿੰਦਗੀ ਜੀ ਰਹੇ ਨੇ। ਉਸ ਤੋਂ ਇਲਾਵਾ ਕਿਡਨੀ ਸਟੋਨਸ ਹੈ, ਸੋਰਿਆਸਿਸ ਹੈ, ਸਕਿਨ ਦੀਆਂ ਪ੍ਰੋਬਲਮਸ ਨੇ। ਉਸ ਤੋਂ ਇਲਾਵਾ ਜਿਹੜੀਆਂ ਫੀਮੇਲ ਹਾਰਮੋਨਲ, ਜਿਸ ਤਰ੍ਹਾਂ ਪਹਿਲਾਂ ਡਿਸਕਸ਼ਨ ਚੱਲ ਰਹੀ ਸੀ ਕਿ ਫੀਮੇਲਸ ਦੇ ਸਟ੍ਰੈਸ ਨੇ, ਕਿਉਂਕਿ ਹੋਮਿਓਪੈਥੀ ਕਹਿੰਦੀ ਹੈ ਕਿ ਕੋਈ ਵੀ ਬਿਮਾਰੀ ਸਾਡੇ ਮਨ ਤੋਂ ਸ਼ੁਰੂ ਹੁੰਦੀ ਹੈ। तो मन ਨੂੰ अगर अल्टर कर सकती है, किसी के सुभाव ਨੂੰ अगर अल्टर कर सकती है, तो केवल होम्योपैथी है। तो वैन वी लिसन टू द पेशेंट, जो ਅਸੀਂ ਮਰੀਜ਼ ਨੂੰ ਸੁਣਦੇ ਹਾਂ, ਉਹਨੂੰ ਸਮਝਦੇ ਹਾਂ ਔਰ ਉਹਦਾ ਹੋਮੋਪੈਥਿਕ ਇਲਾਜ ਕਰਦੇ ਹਾਂ, ਤਾਂ ਉਹਦੀ ਪੂਰੀ ਜ਼ਿੰਦਗੀ 'ਚ ਇੱਕ ਬਦਲਾਅ ਆਉਂਦਾ, ਸਿਰਫ ਉਹਦੀ ਬਿਮਾਰੀ ਨਹੀਂ ਠੀਕ ਹੁੰਦੀ। ਇੱਕ ਬਹੁਤ ਵੱਡਾ ਐਡਵਾਂਟੇਜ ਹੈ। ਮੈਡੀਟੇਸ਼ਨ ਵਾਲੇ ਕਹਿੰਦੇ ਵੀ ਮੈਡੀਟੇਸ਼ਨ ਕਰੋ, ਮਨ ਉਹਦੇ ਨਾਲ ਇਕਾਗਰ ਹੋ ਗਿਆ, ਮਨ ਦੇ ਨਾਲ ਹੀ ਸਾਰਾ ਕੁਝ ਹੈ। ਬਹੁਤ ਲੋਕ ਮੈਡੀਟੇਸ਼ਨ ਕਰਦੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਮੈਡੀਟੇਸ਼ਨ 'ਚ ਕਰਨਾ ਕੀ ਹੈ, ਉਲਟਾ ਉਲਝ ਜਾਂਦੇ ਨੇ ਮੈਡੀਟੇਸ਼ਨ ਕਰਕੇ। ਤਾਂ ਇੱਕ ਦਿਸ਼ਾ ਦੇਣੀ ਤਾਂ ਬਹੁਤ ਜ਼ਰੂਰੀ ਹੈ। ਜਗਜੀਤ ਜੀ, ਅੱਜ ਦੇ ਯੁੱਗ 'ਚ ਜਿਹੜੇ ਸੇਵਾ ਕਰਨ ਵਾਲੇ ਕਿੱਤੇ ਸੀ ਨਾ, ਉਹ ਵੀ ਵਪਾਰ ਬਣਦੇ ਜਾ ਰਹੇ ਹੈ। ਜਦੋਂ ਵਪਾਰ ਆ ਜੇ, ਕਾਰੋਬਾਰ ਆ ਜੇ, ਫਿਰ ਬੰਦਾ ਕਹਿੰਦਾ ਕਾਰੋਬਾਰ ਦਾ ਪਹੀਆ ਹੋਰ ਤੇਜ਼ੀ ਨਾਲ ਦੌੜੇ, ਹੋਰ ਰੁਪਈਏ ਆਉਣ ਜ਼ਿੰਦਗੀ ਦੇ ਵਿੱਚ, ਹੋਰ ਐਸ਼ੋ ਆਰਾਮ ਲਈਏ। ਤੇ ਉਹ ਐਸ਼ੋ ਆਰਾਮ ਨਾਲ ਬਹੁਤ ਸਾਰੀਆਂ ਅਲਾਮਤਾਂ ਆ ਜਾਂਦੀਆਂ। ਬੰਦਾ ਸ਼ਾਇਦ ਉਸ ਵੇਲੇ ਤਾਂ ਨਹੀਂ ਉਹਨੂੰ ਭਾਂਪਦਾ, ਫਿਰ ਕਈ ਵਾਰੀ ਸਥਿਤੀ ਅੱਗੇ ਲੰਘ ਜਾਂਦੀ ਹੈ। ਕਈ ਮੈਂ ਕੇਸਿਸ ਦੇ ਵਿੱਚ ਸੁਣਿਆ, ਮੈਨੂੰ ਯਕੀਨ ਨਹੀਂ ਹੈ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਕਿ ਮਤਲਬ ਅਜਿਹੀਆਂ ਬਿਮਾਰੀਆਂ ਨੇ, ਮਤਲਬ ਜਿਹੜੇ ਕਿ ਐਲੋਪੈਥੀ ਜਾਂ ਹੋਰ ਕਿਸੇ ਪੈਥੀ ਤੋਂ ਬਾਅਦ, ਉਹਨਾਂ ਦੇ ਜਵਾਬ ਤੋਂ ਬਾਅਦ ਤੁਹਾਡੇ ਕੋਲ ਆਉਂਦੇ ਆ, ਤੇ ਉਹ ਚੀਜ਼ਾਂ ਦੇ ਇਲਾਜ ਤੁਹਾਡੇ ਕੋਲ ਆਉਂਦੇ ਆ, ਉਹਨੂੰ ਜ਼ਰੂਰ ਡਿਸਕ੍ਰਾਈਬ ਕਰੋ, ਦੱਸੋ ਵੀ ਉਹ ਕਿਹੜੀਆਂ ਨੇ। ਜਿੰਨੀਆਂ ਵੀ ਕੋਈ ਲੌਂਗ ਟਾਈਮ ਮੈਡੀਸਨ ਖਾ ਕੇ ਆਉਂਦੇ ਨੇ, ਜਿਵੇਂ ਹੁਣ ਕੋਵਿਡ ਦੇ ਵਿੱਚ ਹੀ ਸੀ, ਬਹੁਤ ਸਾਰੇ ਲੋਕਾਂ ਨੇ 2-2 ਮਹੀਨੇ, 1-1 ਮਹੀਨਾ ਉਹ ਐਡਮਿਟ ਰਹੇ, ਔਰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਹਾਈ ਡੋਜ਼ ਸਟੀਰੋਇਡਸ ਦੇ ਲਏ, ਐਂਟੀਬਾਇਓਟਿਕ ਦੇ ਲਏ, ਜਿਹੜੇ ਕਿ ਉਹਨਾਂ ਨੂੰ ਜ਼ਰੂਰਤ ਨਹੀਂ ਸੀ। ਬਾਅਦ ਵਿੱਚ ਉਹਨਾਂ ਲੋਕਾਂ ਨੇ ਇਸ ਚੀਜ਼ ਨੂੰ ਐਕਸਪਲੇਨ ਕਰਤਾ ਵੀ ਹਾਂ, ਇਹ ਸਾਨੂੰ ਇਹਦਾ ਪ੍ਰੋਟੋਕੋਲ ਪਤਾ ਨਹੀਂ ਸੀਗਾ ਵੀ ਇਸ ਤਰ੍ਹਾਂ ਮੈਡੀਸਨ ਕੀ ਦੇਣੀ ਹੈ। ਉਹਨਾਂ ਦੇ ਜਿੰਨੇ ਸਾਈਡ ਇਫੈਕਟ ਨੇਗੇ, ਉਹ ਆਯੁਰਵੇਦ ਨਾਲ, ਜੇ ਮੈਂ ਤੁਹਾਨੂੰ ਪੰਚਕਰਮਾ ਦਾ ਜ਼ਿਕਰ ਕਰ ਰਿਹਾ ਸੀਗਾ, ਤੁਸੀਂ ਉਹਨੇ ਸਟ੍ਰੈਸ ਦੀ ਗੱਲ ਕਰ ਰਹੇ ਸੀ। ਅੱਜ ਹਰੇਕ ਦੂਸਰੇ ਤੀਸਰੇ ਬੰਦੇ ਨੂੰ ਸਟ੍ਰੈਸ ਹੈ। ਸਟ੍ਰੈਸ ਦਾ ਅਗਲਾ ਰੂਪ ਡਿਪਰੈਸ਼ਨ ਹੈ। ਜਿੰਨਾ ਸ਼ਿਰੋਧਾਰਾ ਸਾਡਾ ਜਿਹੜਾ ਐਕਸਟਰਨਲ ਟਰੀਟਮੈਂਟ ਹੈ, ਕੋਈ ਇੰਟਰਨਲ ਟਰੀਟਮੈਂਟ ਦੀ ਵੀ ਲੋੜ ਨਹੀਂ ਹੈ, ਕੋਈ ਬ੍ਰਹਮੀ ਸ਼ੰਖ ਪੁਸ਼ਪੀ ਸ਼ਤਾਬਰ ਖਾਣ ਦੀ ਜ਼ਰੂਰਤ ਨਹੀਂ ਹੈ। ਕੱਲੀ ਸ਼ਿਰੋਧਾਰਾ ਨਾਲ ਹੀ ਇਨਸੋਮਨੀਆ ਹੈ। ਅੱਜ ਲੋਕਾਂ ਦੀ ਨੀਂਦ ਕਿੰਨੀ ਡਿਸਟਰਬ ਹੋ ਰਹੀ ਹੈ। ਜੇ ਸ਼ਿਰੋਧਾਰਾ ਦੇ 7 ਸੈਸ਼ਨ ਲੈ ਲਏ ਜਾਣ, ਔਰ ਇਹ ਵੀ ਸਾਇੰਟੀਫਿਕ ਹੈ। ਇੱਥੇ ਇੱਕ ਸ਼ਿਰੋ ਸਾਡੇ ਵੈਸਲਸ ਨੇਗੀਆਂ, ਸਾਡੇ ਮਾਈਂਡ ਦਾ ਜਿਹੜੀ ਵੀ ਸਟ੍ਰੈਸ ਕਾਹਦੇ ਨਾਲ ਰਿਲੇਟਡ ਹੈ, ਮਾਈਂਡ ਨਾਲ ਰਿਲੇਟਡ ਹੈ। ਜਿੰਨੇ ਵੀ ਇਹ ਸਾਡੇ ਸਾਇੰਟੀਫਿਕ ਤੇਲ ਨੇਗੇ, ਚਾਹੇ ਉਹ ਕਸ਼ੀਰ ਬਲਾ ਹੈ, ਮਹਾਨਰੈਣ ਹੈ, ਅਗਰ ਉਹ ਤੇਲ ਨੂੰ ਇੱਕ ਧਾਰਾ ਦੇ ਨਾਲ ਸਾਡੇ ਮਸਤਕ ਦੇ ਵਿੱਚ ਪਾਇਆ ਜਾਂਦਾ ਹੈ ਜੀ, ਤਾਂ ਉਹ ਸਾਡੇ ਮੈਡੀਟੇਸ਼ਨ ਨੂੰ ਔਰ ਸਾਡੇ ਇਹਨਾਂ ਚੀਜ਼ਾਂ ਨੂੰ, ਔਰ ਜਿੰਨੇ ਵੀ ਇਹ ਸਾਈਡ ਇਫੈਕਟ ਨੇਗੇ, ਉਹ ਸਾਰੇ ਆਯੁਰਵੇਦ ਨਾਲ ਹੀ ਠੀਕ ਹੁੰਦੇ ਨੇ। ਤੁਸੀਂ ਇੱਕ ਵਿੱਚ ਸੇਵਾ ਦੀ, ਸੌਰੀ ਮੈਂ ਵੈਸੇ ਸਭ ਕਾਫੀ ਸਾਲਾਂ ਤੋਂ ਇਸ ਚੀਜ਼ ਨੂੰ ਵੇਖਦੇ ਆਏ ਹੋ। ਇੰਡੀਆ ਦੀ ਗੱਲ ਕਰੀਏ, ਹਰਬਲ ਗਾਰਡਨ ਹੈ ਆਯੁਰਵੇਦਾ ਲਈ, ਹੈ ਨਾ, ਕਿੰਨਾ ਕੁ ਇਵੋਲਵ ਹੋਇਆ, ਤੇ ਅੱਜ ਕਿੰਨੀ ਕੁ ਅਵੇਅਰਨੈਸ ਦੀ ਜ਼ਰੂਰਤ ਹੈ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਅਵੇਅਰਨੈਸ ਕਿਤੇ ਨਾ ਕਿਤੇ ਘਟਦੀ ਜਾ ਰਹੀ ਹੈ। ਲੋਕ ਜਲਦ ਇਲਾਜ ਦੇ ਲਈ, ਭਾਵੇਂ ਉਸ 'ਚ ਗੜਬੜੀ ਹੋ ਜਾਏ, ਪਰ ਐਲੋਪੈਥੀ ਦਾ ਰੁਖ ਪਹਿਲਾਂ ਕਰਦੇ ਨੇ। ਅਵੇਅਰਨੈਸ ਕਿਤੇ ਨਾ ਕਿਤੇ ਘਟ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਉਸ ਅਵੇਅਰਨੈਸ ਨੂੰ ਵਧਾਇਆ ਕਿਵੇਂ ਜਾ ਸਕਦਾ? ਨਹੀਂ, ਐਸੀ ਗੱਲ ਨਹੀਂ। ਲੋਕ ਹੁਣ ਬਹੁਤ ਅਵੇਅਰ ਹੋ ਰਹੇ ਨੇ, ਔਰ ਖਾਸ ਤੌਰ ਤੇ ਜਿਹੜੇ ਅੱਜ ਬੱਚੇ ਜਿਹੜੇ PMT ਕਰਕੇ ਪਹਿਲਾਂ ਸਿੱਧਾ ਜ਼ਿਆਦਾ MBBS ਨੂੰ ਦਾਖਲੇ ਲਈ ਜਾਂਦੇ ਸੀ, ਅੱਜ ਉਹ ਹੋਮੋਪੈਥੀ, ਆਯੁਰਵੇਦ ਇਹਨਾਂ ਵਿੱਚ ਦਾਖਲੇ ਲਈ ਵੀ ਆਉਂਦੇ ਨੇ। ਔਰ ਅੱਜ ਦਾ ਜਿਹੜਾ ਸਟੂਡੈਂਟ ਹੈ, ਉਹ ਆਯੁਰਵੇਦ ਨੂੰ ਸਮਝਣਾ ਚਾਹੁੰਦਾ ਹੈ, ਦੋਸ਼ਾਂ ਮੁਤਾਬਕ ਸਮਝਣਾ ਚਾਹੁੰਦਾ ਹੈਗਾ ਵੀ ਦੋਸ਼ਾਂ ਨੂੰ ਕਿਵੇਂ ਬੈਲੈਂਸ ਕਰਨਾ ਹੈ, ਸਾਡੇ ਧਾਤੂਆਂ ਨੂੰ ਕਿਵੇਂ ਬੈਲੈਂਸ ਕਰਨਾ ਹੈ। ਅੱਜ ਦਾ ਜਿਹੜਾ ਸਟੂਡੈਂਟ ਹੈ, ਉਹ ਪੜ੍ਹਨਾ ਚਾਹੁੰਦਾ ਹੈਗਾ। ਔਰ ਜਦੋਂ ਸਟੂਡੈਂਟ ਪੜ੍ਹਨਾ ਚਾਹੁੰਦਾ ਹੈ, ਐਜੂਕੇਸ਼ਨ ਦਾ ਲੈਵਲ ਅਪ ਹੋ ਰਿਹਾ ਹੈਗਾ, ਤਾਂ ਨੈਚੁਰਲ ਜਿਹੜੇ ਲੋਕ ਨੇਗੇ, ਉਹਨਾਂ ਨੂੰ ਪਤਾ ਲੱਗੇਗਾ ਵੀ ਜਿਹੜਾ ਇਹ ਸਾਡੀ ਐਂਸ਼ੀਅੰਟ ਸਾਇੰਸ ਹੈ, ਇਹੀ ਸਾਡੀ ਬਾਡੀ ਨੂੰ ਸਵਸਥ ਰੱਖਣ ਵਾਸਤੇ ਵੀ, ਦੇਖੋ ਆਯੁਰਵੇਦ ਦਾ ਪ੍ਰਯੋਜਨ ਇਹੀ ਹੈ, ਇਕੱਲਾ ਰੋਗ ਨੂੰ ਨਹੀਂ ਠੀਕ ਕਰਦਾ ਆਯੁਰਵੇਦ, ਜੀ ਬੰਦੇ ਨੂੰ ਸਵਸਥ ਕਿਵੇਂ ਰਹਿਣਾ ਹੈ, ਹਰੇਕ ਸਪੈਨ ਤੇ ਕਿਸ ਤਰ੍ਹਾਂ ਦੀਆਂ ਰਸਾਇਣ ਔਸ਼ਧੀਆਂ ਲੈਂਦੇ ਰਹਿਣਾ ਚਾਹੀਦਾ ਹੈਗਾ, ਉਹ ਆਯੁਰਵੇਦ ਵਿੱਚ ਗਿਆਨ ਹੈ ਜੀ। ਬਿਲਕੁਲ। ਸੁਖਜੀਤ ਜੀ, ਪੁਖਰਾਜ
ਕੀ ਵਾਅਦਾ ਕਰਦਾ ਹੈ ਅੱਜ ਜੀ ਦੇ ਵਿਹੜੇ ਤੋਂ, ਇਸ ਮੰਚ ਤੋਂ, ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਰਵਿਸਿਜ਼ ਦੇ ਵਿੱਚ ਕਿੰਨੀ ਤੁਸੀਂ ਦੂਣ ਸੰਵੰਨੀ ਤਰੱਕੀ ਕਰੋਗੇ, ਲੋਕਾਂ ਤੱਕ ਪਹੁੰਚ ਕਰੋਗੇ, ਲੋਕ ਤੁਹਾਡੇ ਤੱਕ ਪਹੁੰਚ ਸਕਣਗੇ? ਕੀ ਕਹਿਣਾ ਚਾਹੋਗੇ ਕਲੋਜ਼ਿੰਗ ਕਮੈਂਟਸ? ਜੀ ਮੈਂ ਇਸ ਨੂੰ ਇਕੱਲੇ ਪੁਖਰਾਜ ਦੇ ਨਜ਼ਰੀਏ ਨਾਲ ਨਹੀਂ ਬਲਕਿ ਇੰਡੀਆ ਦੇ ਨਜ਼ਰੀਏ ਨਾਲ ਦੇਖਣਾ ਚਾਹੁੰਦਾ ਜੀ ਕਿ ਜਿਵੇਂ ਹੁਣੇ ਤੁਸੀਂ ਸ਼ਬਦ ਯੂਜ਼ ਕੀਤਾ ਇੰਡੀਆ ਹਰਬਲ ਗਾਰਡਨ ਹੈ ਔਰ ਪੂਰੀ ਦੁਨੀਆ ਦੇ ਵਿੱਚ ਆਯੁਰਵੇਦ ਨੂੰ ਅਪਣਾਇਆ ਜਾ ਰਿਹਾ ਔਰ ਇਹਦੇ ਰਿਸੋਰਸਸ ਤਾਂ ਸਾਡੇ ਕੋਲ ਹੈ। ਲੇਕਿਨ ਜੇ ਅਸੀਂ ਦੂਸਰੀ ਪੱਧਤੀ ਨਾਲੋਂ ਜਿਹਦੇ ਆਪਾਂ ਕਿਸੇ ਹੋਰ ਪੱਧਤੀ ਦੀ ਗੱਲ ਕਰਦੇ ਹਾਂ ਜਾਂ ਆਪਾਂ ਐਲੋਪੈਥੀ ਦੀ ਵੀ ਗੱਲ ਕਰਦੇ ਹਾਂ, ਉਹ ਸਟਰੋਂਗ ਕਿਉਂ ਹੈ? ਕਿਉਂਕਿ ਉਹਨਾਂ ਕੋਲ ਐਵੀਡੈਂਸ ਹੈ, ਰਿਸਰਚ ਪੇਪਰ ਹੈਗੇ ਆ। ਇਹਦੇ ਉੱਤੇ ਇਸ ਤਰ੍ਹਾਂ ਦਾ ਕੰਮ ਘੱਟ ਹੋਇਆ ਤਾਂ ਉਹਦੀ ਅਵੇਅਰਨੈਸ ਅਥੈਂਟੀਕੇਸ਼ਨ ਜਿਹੜੀ ਹੈ ਘੱਟ ਹੋਣ ਕਰਕੇ ਲੋਕ ਇਹਨੂੰ ਉਦੋਂ ਅਪਣਾਉਂਦੇ ਆ ਜਦੋਂ ਸਾਰੇ ਰਸਤੇ ਬੰਦ ਹੋ ਜਾਂਦੇ ਆ। ਜਦੋਂ ਕਿ ਆਯੁਰਵੇਦ ਤਾਂ ਸਾਡੇ ਜੀਵਨ ਦਾ ਹਿੱਸਾ, ਇਹ ਸ਼ੁਰੂ ਇਹ ਹੋਣਾ ਚਾਹੀਦਾ, ਐਂਡ ਤੇ ਜਿਹੜੀ ਪੈਥੀ ਹੋਣੀ ਚਾਹੀਦੀ ਸੀ ਅਸੀਂ ਉਹਨੂੰ ਸ਼ੁਰੂ 'ਚ ਕਰ ਲਿਆ ਜੀ। ਸਾਡਾ ਮਾੜਾ ਜਿਹਾ ਪੇਟ ਦਰਦ ਹੁੰਦਾ ਤੇ ਅਸੀਂ ਡਾਕਟਰ ਤੋਂ ਹੀ ਕੋਈ ਮੈਡੀਸਨ, ਇੰਗਲਿਸ਼ ਮੈਡੀਸਨ ਖਾਣ ਚਲ ਜਾਂਦੇ ਆ, ਜਦੋਂ ਕਿ ਉਹਦਾ ਇਲਾਜ ਸਾਡੀ ਕਿਚਨ ਦੇ ਵਿੱਚ ਪਿਆ। ਇਹ ਤਾਂ ਪੇਟ ਦੇ ਦਰਦ ਲਈ ਅਸੀਂ ਉਦੋਂ ਜਾਣਾ ਜਦੋਂ ਅਸੀਂ ਸਕੈਨ ਕਰਕੇ ਸਾਨੂੰ ਪਤਾ ਲੱਗ ਗਿਆ ਕਿ ਇਹ ਹੁਣ ਕੋਈ ਬਿਮਾਰੀ ਹੋਰ ਹੋ ਚੁੱਕੀ ਹੈ। ਤੇ ਬੇਸਿਕ ਇਲਾਜ ਸਾਡੀ ਕਿਚਨ 'ਚ ਹੈਗੇ, ਸਾਡੇ ਘਰ 'ਚ ਹੈਗੇ ਆ ਔਰ ਸਾਨੂੰ ਸਰਕਾਰਾਂ ਨੂੰ ਥੋੜ੍ਹੀ ਮਦਦ ਕਰਨੀ ਚਾਹੀਦੀ ਹੈ ਇਹਦੇ 'ਤੇ ਹੋਰ ਰਿਸਰਚ ਕਰਨ, ਇਹਨੂੰ ਹੋਰ ਉੱਪਰ ਉਠਾਉਣ। ਕਿਉਂਕਿ ਜਦੋਂ ਆਯੁਰਵੇਦ ਉੱਪਰ ਉੱਠੂਗਾ ਨਾ ਜੀ, ਇੱਕ ਕੈਮੀਕਲ ਦੀ ਫੈਕਟਰੀ ਕੈਮੀਕਲ ਬਣਾਉਂਦੀ ਹੈ ਔਰ ਦੂਸਰੀ ਇੱਕ ਫੈਕਟਰੀ ਉਹ ਸਾਰੇ ਕੈਮੀਕਲ ਇਕੱਠੇ ਕਰਦੇ ਉਹਦੀ ਦਵਾਈ ਬਣਾ ਦਿੰਦੀ ਹੈ। ਮਤਲਬ ਦੋ ਫੈਕਟਰੀਆਂ ਹੀ ਰਾਈਜ਼ ਕਰ ਰਹੀਆਂ। ਜੇ ਆਯੁਰਵੇਦ ਪ੍ਰਚਾਰ ਹੋਊਗਾ, ਇਹਦਾ ਪ੍ਰਸਾਰ ਹੋਊਗਾ, ਕਿਸਾਨ ਉਗਾਊਗਾ, ਮਜ਼ਦੂਰ ਕੱਟੂਗਾ, ਫਿਰ ਉਹਨੂੰ ਲੋਕ ਪ੍ਰੋਸੈਸ ਕਰਨਗੇ, ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ, ਉਹਦੇ ਨਾਲ ਸਾਡਾ ਇੰਡੀਆ ਜਿਹੜਾ ਉਹ ਜ਼ਿਆਦਾ ਸ਼ਾਈਨ ਕਰੂਗਾ। ਬਿਲਕੁਲ, ਤੁਹਾਡੀਆਂ ਉਮੀਦਾਂ, ਤੁਹਾਡੀਆਂ ਮੰਗਾਂ, ਤੁਹਾਡੀਆਂ तमाम वो डिमांड्स वजीर साहब बैठे ने, उन्होंने पहुँच चुकिया ने। उम्मीद है कि सरकारां आने वाले समय दे विच इन्हां खित्तियां दियां सहाई होणगियां ते आने वाले समय दे विच बेहतर सुविधावां घट रेट्स दे विच ज़्यादा लोकां तक पहुँचणगियां, जिस दे नुकसान नहीं, इलाज दे विच बेहतरी ज़्यादा होएगी। बहुत शुक्रिया तमाम मेहमानां दा इस पैनल साडे नाल जुड़न लई। थैंक यू नवजोत। धन्यवाद।